ਹੋਰ ਵੀ ਇਹ ਤੇ ਇਹਨਾਂ ਨੇ ਕੇਸ ਕੂਸ ਬਣਾਇਆ ਸੀ, ਉਹਦੇ ਵਿੱਚ ਮੈਨੂੰ ਵੀ ਟੈਰੋ ਕਾਰਡ ਬੜਾ ਕਰਦੇ ਰਹੇ ਨੇ ਜੀ। ਬੱਸਾਂ ਦੇ ਵੀ ਪਾਏ, ਇੱਕ ਬੰਬ ਵੀ ਇੱਥੇ ਚੱਲਿਆ ਉਹ ਵੀ ਮੇਰੇ ਤੇ ਪਾਇਆ, ਪਿਸਤੌਲ ਪਾਇਆ ਮੇਰੇ ਤੇ। 18 ਦਿਨ ਮੈਂ ਤਬਦੀਸ਼ ਵੀ ਕੱਟਦਾ ਰਿਹਾ ਪੁਲਿਸ ਦੀ। ਆ ਜਿਤਨਾ ਮਨਜੀਤ ਸੋਹਣੀ ਨੇ, ਆ ਗਿੱਲ ਹੋਣੀ ਨੇ, ਸਾਰੇ ਜਿੰਨੇ ਆ ਵਟੋਆ, ਇਹ ਸਾਰੇ ਬਚ ਕੇ ਹੀ ਆਏ ਉਥੋਂ। ਕੁਝ ਅੰਦਾਜ਼ੇ ਸੀ ਵੀ ਸਰਕਾਰਾਂ ਇਸ ਹੱਦ ਤੱਕ ਜਾ ਸਕਦੀਆਂ ਔਰ ਟੈਂਕ ਜਿਹੜੇ ਆ ਸਕਦੇ ਆ, ਫੌਜ ਲੱਗ ਸਕਦੀ ਹੈ, ਕਿਉਂਕਿ ਤੁਸੀਂ ਉੱਥੇ ਸੀ, ਤੁਸੀਂ 2 ਦਿਨ ਪਹਿਲਾਂ ਨਿਕਲਦੇ ਆ। ਕੁਝ ਹਾਲਾਤ ਦਿਖੇ ਸੀਗੇ ਵੀ ਸਰਕਾਰਾਂ ਐਡੀ ਵੱਡੀ ਪਲੈਨਿੰਗ ਦੇ ਨਾਲ ਆ ਰਹੀਆਂ ਔਰ ਟੈਂਕ ਜਿਹੜੇ ਆ ਲਿਆਂਦੇ ਜਾ ਸਕਦੇ, ਫੌਜ ਲਾਈ ਜਾ ਸਕਦੀ ਆ। ਪਹਿਲਾਂ ਕੁਝ ਅੰਦੇਸ਼ੇ ਸੀ। ਇਹ ਗੱਲਾਂ ਭਾਵੇਂ ਕੋਈ CID 'ਚ ਹੋਣ ਭਾਵੇਂ ਕੋ ਹੋਣ, ਅਸੀਂ ਤਾਂ ਸਿੱਧੀਆਂ ਜੀਆਂ ਕਰ ਦੇਣ ਵਾਲੇ ਆ ਜੀ ਵੀ ਕੋਈ ਫੌਜ ਜਿਹੜੀ ਆ, ਫੌਜ ਦੇ ਵਿੱਚ ਵੀ ਕੋਈ ਸੰਤਾਂ ਦੇ ਸਿੰਘ ਹੋਣਗੇ ਕੋਈ ਨਾ ਕੋਈ, ਉਹ ਦੱਸਣ ਵਾਲੇ ਵੀ ਇਸ ਤਰ੍ਹਾਂ ਆ ਪੈਲੰਗ ਬਣ ਰਹੀ ਆ, ਆਹ ਪ੍ਰੋਗਰਾਮ ਬਣ ਰਿਹਾ। ਸਪੈਕਿੰਗਾਂ ਵਾਲੀਆਂ ਪੌੜੀਆਂ ਲੈ ਕੇ ਆਉਣੀਆਂ ਉਹਨਾਂ ਨੇ, ਉਹਨਾਂ ਨੇ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਆਉਣੇ ਆ, ਟੈਂਕ ਲੈ ਕੇ ਆਉਣੇ ਆ। ਸੰਤਾਂ ਨੇ ਇਹ ਕੋਈ ਗੱਲ ਨਹੀਂ, ਆਪਾਂ ਤਾਂ ਸ਼ਹੀਦੀ ਪਾਉਣੀ ਆ। ਜੇ ਤਾਂ ਕੌਮ ਨੂੰ ਮਿਲ ਜੂ ਕੁਛ ਤੇ ਤਾਂ ਵੀ ਆਪਣੇ ਹੱਥ 'ਚ ਲੱਡੂ ਆ, ਤੇ ਜੇ ਸ਼ਹੀਦੀ ਹੋ ਜੂ ਤਾਂ ਵੀ ਆਪਣੇ ਹੱਥ 'ਚ ਲੱਡੂ ਆ। ਕੋਈ ਨਹੀਂ, ਆਉਣ ਦਿਓ, ਜੇ ਆਉਣ ਕਿਤੇ ਲੱਤਾਂ ਨਾਲ ਤੁਰ ਕੇ ਹੀ ਆਉਣਗੇ। ਸੰਤਾਂ ਦੇ ਨਾਲ ਜਿਹੜੇ ਸਿੰਘ ਹੀ, ਜਥੇ ਦੇ ਸਿੰਘ ਹੀ ਸੰਤਾਂ ਦੇ ਨਾਲ। ਹੋਰ ਤਾਂ ਜਿਹੜੀ ਇਹਨਾਂ ਨੇ ਇੰਨੇ ਬੰਦੇ ਮਾਰੇ ਨੇ, ਇਹ ਤਾਂ ਸਾਰੇ ਯਾਤਰੀ ਮਾਰੇ ਆ ਜੀ। ਸੰਤਾਂ ਨਾਲ ਤਾਂ ਮੇਰੇ ਹਿਸਾਬ 'ਚ 60-70 ਸਿੰਘ ਹੋਣਗੇ ਸੰਤਾਂ ਦੇ, ਉਦੋਂ ਜ਼ਿਆਦਾ ਤਾਂ ਹੈ ਹੀ ਨਹੀਂ। ਇਹਨਾਂ ਨੇ ਜੇ ਸੰਤ ਨੂੰ ਫੜਨਾ ਹੀ, ਸੰਤ ਨੂੰ ਨਾ ਕਿਤੇ ਹੋਰ ਕਈ ਤਰੀਕੇ ਫੜਨ ਦੇ ਵੀ ਹੈਗੇ ਸੀ। ਇਹ ਥੋੜਾ ਤੋਹਫਾ ਨਾਲ ਹੀ ਫੜਿਆ ਜਾਣਾ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਧੂਰ। 1984 ਨੇ ਉਹ ਜ਼ਖਮ ਦਿੱਤੇ ਜਿਹੜੇ ਹਰ ਸਾਲ ਜਦੋਂ ਹੀ ਜੂਨ ਦਾ ਮਹੀਨਾ ਆਉਂਦਾ ਹੈ, ਸਾਰੇ ਦੀ ਸਾਰੀ ਸਿੱਖ ਕੌਮ ਦੇ ਉਹ ਜ਼ਖਮ ਹਰੇ ਹੋ ਜਾਂਦੇ ਆ ਤੇ ਵਾਪਸ ਸਮੇਂ ਦੀਆਂ ਸਰਕਾਰਾਂ ਦੇ ਮੂੰਹ ਵੱਲ ਦੇਖੀਦਾ ਹੈ ਕਿ ਕਦੇ ਸਾਨੂੰ ਇਨਸਾਫ ਮਿਲੇ ਤੇ ਕਦੇ ਇਹ ਜ਼ਖਮਾਂ ਦੇ ਉੱਤੇ ਕੁਝ ਮਰਮ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਲਾਉਣ। ਖੈਰ, ਇਹਨਾਂ ਚੀਜ਼ਾਂ ਦਾ ਜਿਹੜੀ ਆਸ ਭਾਰਤ ਦੇ ਵਿੱਚ ਰਹਿੰਦਿਆਂ ਤਾਂ ਕੀਤੀ ਨਹੀਂ ਜਾ ਸਕਦੀ, ਕਿਉਂਕਿ ਹੁਣ ਤੱਕ ਜੋ ਕੁਝ ਸਮੇਂ ਦੀਆਂ ਸਰਕਾਰਾਂ ਨੇ ਖਾਸ ਤੌਰ ਤੇ ਸਿੱਖ ਕੌਮ ਤੇ ਪੱਲੇ ਪਾਇਆ, ਉੱਥੇ ਇਹ ਆਸ ਜਿਹੜੀ ਆ ਬਿਲਕੁਲ ਖਤਮ ਹੋ ਜਾਂਦੀ ਆ। ਕੁਝ ਪਰਿਵਾਰ ਇਹੋ ਜਿਹੇ ਆ, ਕੁਝ ਚਸ਼ਮਦੀਦ ਗਵਾਹ ਇਹੋ ਜਿਹੇ ਆ, ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਉਹ ਸਮਾਂ ਦੇਖਿਆ, ਜਿਹੜੇ ਉਸ ਸਮੇਂ ਅੰਦਰ ਸੀ ਜਾਂ ਉਸ ਸਮੇਂ ਉਹਨਾਂ ਦੇ ਆਪਣੇ 1984 ਦਾ ਜਦੋਂ ਵੀ ਸਾਕਾ ਵਾਪਰਦਾ ਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਮੌਜੂਦ ਸੀ। ਸੋ ਇਹੋ ਜਿਹੇ ਪਰਿਵਾਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਚੀਜ਼ਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਔਨ ਏਅਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਦੁਚਿੱਤੀਆਂ ਬਣੀਆਂ ਹੋਈਆਂ ਜਾਂ ਜਿਹੜੀਆਂ ਚੀਜ਼ਾਂ ਹਕੀਕਤ ਦੇ ਵਿੱਚ ਕੁਝ ਹੋਰ ਸੀ ਪਰ ਪ੍ਰਚਾਰ ਉਹਨਾਂ ਦਾ ਕੁਝ ਹੋਰ ਕੀਤਾ ਗਿਆ। ਇਸ ਵੇਲੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਿੱਖੀਵਿੰਡ ਦੇ ਵਿੱਚ ਮੌਜੂਦ ਹਾਂ, ਜਿੱਥੇ ਇੱਕ ਐਸਾ ਪਰਿਵਾਰ ਆ ਜਿਨ੍ਹਾਂ ਦਾ ਕਹਿ ਸਕਦੇ ਹਾਂ ਕਿ ਸ਼ਹੀਦੀਆਂ ਦੇ ਨਾਲ ਇੱਕ ਲੰਬਾ ਨਾਤਾ ਹੈ। ਮੈਂ ਇਸ ਵੇਲੇ ਸਰਦਾਰ ਹਰੀ ਸਿੰਘ ਜੀ ਦੇ ਨਾਲ ਬੈਠੀ ਹੋਈ ਹਾਂ, ਜਿਨ੍ਹਾਂ ਦੇ ਪਿਤਾ ਹਰਨਾਮ ਸਿੰਘ ਜਿਹੜੇ 78 ਦਾ ਜਦੋਂ ਸਾਕਾ ਹੋਇਆ ਸੀ ਔਰ 12 ਜਿਹੜੇ ਨਿਰੰਕਾਰੀ 13 ਜਿਹੜੇ ਜਾਣੇ ਮਾਰੇ ਗਏ ਸੀ, ਉਹਨਾਂ ਦੇ ਵਿੱਚੋਂ ਜਿੰਦਾ ਸ਼ਹੀਦ ਦੀ ਉਪਾਧੀ ਜਿਹੜੀ ਹੈ ਸੰਤ ਜਰਨੈਲ ਸਿੰਘ ਜੀ ਦੇ ਵੱਲੋਂ ਇਹਨਾਂ ਨੂੰ ਦਿੱਤੀ ਗਈ ਸੀ। ਉਸ ਤੋਂ ਬਾਅਦ ਇਹਨਾਂ ਦੇ ਛੋਟੇ ਭਰਾ ਗੁਰਮੁਖ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਜੀ ਦੇ ਗੜਵਈ ਸੀ ਔਰ ਦਮਦਮੀ ਟਕਸਾਲ ਦੇ ਨਾਲ ਲੰਬੇ ਸਮੇਂ ਤੋਂ ਉਹਨਾਂ ਨੇ ਸੇਵਾ ਕੀਤੀ ਹੈ। ਸੋ ਅੱਜ ਹਰੀ ਸਿੰਘ ਜੀ ਦੇ ਨਾਲ ਮੌਜੂਦ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ 'ਚ ਕਨਫਿਊਜ਼ਨ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹਕੀਕਤ ਦੇ ਵਿੱਚ ਸਾਹਮਣੇ ਕਦੇ ਨਹੀਂ ਆਈਆਂ ਪਰ ਉਹ ਜਾਣਨੀਆਂ ਸਾਡੇ ਲਈ ਬਹੁਤ ਜ਼ਰੂਰੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਰਿਵਾਰ ਦੇ ਵਿੱਚ ਤੁਹਾਡੇ ਪਿਤਾ ਜੀ, ਤੁਹਾਡੇ ਭਰਾ ਸੰਤ ਜਰਨੈਲ ਸਿੰਘ ਜੀ ਦੇ ਨਾਲ ਕਿਵੇਂ ਜੁੜਨਾ ਹੁੰਦਾ ਹੈ ਤੇ ਕਿਸ ਤਰੀਕੇ ਦੇ ਨਾਲ ਇਤਿਹਾਸ ਦੇ ਵਿੱਚ ਉਹਨਾਂ ਦੀ ਦੇਣ ਹੁਣ ਤੱਕ ਜਿਹੜੀ ਬਹੁਤ ਲੋਕਾਂ ਨੂੰ ਨਹੀਂ ਪਤਾ? ਗੱਲ ਹੈ ਜੀ, ਇਉਂ ਵੀ ਟਕਸਾਲ ਦੇ ਨਾਲ ਪਹਿਲੋਂ ਤੋਂ ਸਾਡੇ ਬਾਪੂ ਨਹੀਂ ਜੁੜੇ ਸੀ। ਉਹ ਸੰਤ ਗੁਰਬਚਨ ਸੋਹਣਾ ਨੂੰ ਜੁੜੇ ਸੀ ਜੀ। ਉਹਨਾਂ ਤੋਂ ਅਸੀਂ ਅੰਮ੍ਰਿਤ ਵੀ ਸੰਤ ਗੁਰਬਚਨ ਸੋਹਣਾ ਤੋਂ ਛਕਿਆ, ਤਿੰਨਾਂ ਭਰਾਵਾਂ ਨੇ ਜੀ। ਮੈਂ, ਹਰੀ ਸਿੰਘ ਨੇ, ਗੁਰਮੁਖ ਸਿੰਘ ਨੇ ਤੇ ਤਰਲੋਕ ਸਿੰਘ ਨੇ, ਉਹ ਅੰਮ੍ਰਿਤਸਰ ਰਹਿੰਦੇ ਨੇ ਜੀ। ਤੇ ਪਰਿਵਾਰ ਸਾਡਾ ਸੰਤਾਂ ਨਾਲ ਜੁੜਿਆ ਆ ਪਹਿਲੋਂ ਤੋਂ ਲੈ ਕੇ ਹੀ। ਮੁੜ ਕੇ ਸੰਤ ਕਰਤਾਰ ਸੋਹਣੀ ਹੋ ਗਏ, ਉਹਨਾਂ ਨਾਲ ਜੁੜੇ ਆਏ ਆ। ਫਿਰ ਇਹ ਸੰਤ ਜਰਨੈਲ ਸੋਹਣੀ ਆ ਗਏ, ਇਹਨਾਂ ਨਾਲ ਜੁੜੇ ਆਏ ਆ। ਇਹਨਾਂ ਦੇ ਨਾਲ ਫਿਰ ਸਾਡਾ ਰਿਹਾ ਰਾਤਾ ਸਾਰੀ ਤਰ੍ਹਾਂ ਦਾ ਹੀ। ਇੱਥੇ ਆਉਂਦੇ ਵੀ ਰਹੇ ਨੇ ਸਾਰੀ ਤਰ੍ਹਾਂ ਨਿਰੰਕਾਰੀਆਂ ਦੀ ਲੜਾਈ ਦੇ ਉਦੋਂ ਵੀ, ਜਦੋਂ ਬਾਪੂ ਹੁਣਾਂ ਨੂੰ, ਫਿਰ ਬਾਪੂ ਹੁਣਾਂ ਦੇ ਨਾਲ ਜਿਸ ਤਰ੍ਹਾਂ ਵੀ ਉਹਨਾਂ ਦਾ ਜਿੰਦਾ ਸ਼ਹੀਦ ਦੀ ਜਦੋਂ ਉਪਾਧੀ ਦਿੱਤੀ ਗਈ, ਉਹ ਕੀ ਵਾਕਿਆ ਕੀ ਹੋਇਆ ਸੀ? ਉਦੋਂ 13 ਸਿੰਘਾਂ ਦੇ ਜਹੇਦਾਰ ਇਹ ਬਣ ਕੇ ਗਏ ਸੀ ਉਹ ਨਿਰੰਕਾਰੀਆਂ ਨੂੰ ਡੱਕਣ ਵਾਸਤੇ ਜੀ।
ਵੀ ਜਾਣੇ ਜਥਾ ਬਣ ਕੇ ਗਿਆ ਸੀ ਵੀ ਤੁਸੀਂ ਇਹ ਗੁਰੂ ਮਹਾਰਾਜ ਦੇ ਉਲਟ ਨਾ ਬੋਲੋ। ਉੱਥੇ ਫਿਰ ਇਹਨਾਂ ਨੂੰ ਸੱਟਾਂ ਲੱਗੀਆਂ, 13 ਸਿੰਘ ਸ਼ਹੀਦ ਹੋਏ ਤੇ ਇਹਨਾਂ ਨੂੰ ਵੀ ਨਾਲ ਸੱਟਾਂ ਲੱਗੀਆਂ ਜੀ। ਇਹ ਫਿਰ ਉਹਨਾਂ ਗੱਡੀਆਂ ਦੇ ਵਿੱਚ ਹੀ ਚੁੱਕ ਕੇ ਇਹਨਾਂ ਨੂੰ ਲੈ ਜਾਂਦਾ ਅੰਮ੍ਰਿਤਸਰ ਜੀ। ਤੇ ਉੱਥੋਂ ਜਦੋਂ ਗੱਡੀਆਂ ਦੇ ਵਿੱਚ ਲਿਆਂਦਾ ਤੇ ਫਿਰ ਅਸੀਂ ਮੈਂ ਤੇ ਇੱਕ ਮਰੀਕਸੋਂ ਜੀ ਸੰਤਾਂ ਦਾ ਮੁੰਡਾ ਤੇ ਮੇਰਾ ਇੱਕ ਚਾਚਾ ਸ਼ਿੰਗਾਰਾ ਹੋ ਅਸੀਂ ਉਹ ਪੀਰ ਮੁਹੰਮਦ ਉਹਦੇ 2 ਮੁੰਡੇ ਸ਼ਹੀਦ। ਅਮਰੀਕ ਸਿੰਘ ਕਿਹੜੇ ਸੰਤਾਂ ਦੇ ਕਿਹੜੇ ਸੰਤਾਂ ਦੇ ਪੁੱਤਰ ਅਮਰੀਕ ਸਿੰਘ ਸੀ? ਸੰਤ ਕਰਤਾਰ ਸੋਹਣਾ ਦੇ ਜੀ ਜੀ। ਇਹਨਾਂ ਨੇ ਜਦੋਂ ਉਹ ਲਾਸ਼ਾਂ ਦੇ ਵਿੱਚ ਹੁੰਦਾ ਵੀ ਵੇਖੀਏ ਵੀ ਸਾਡਾ ਬੰਦਾ ਕਿਹੜਾ ਜਾਣਿਆ ਵੀ ਉਹਦੇ ਵਿੱਚ ਜਦੋਂ ਵੇਖਿਆ ਤੇ ਡਾਕਟਰ ਚੜੇ ਸੀ ਸਾਡੇ ਜਾਂਦਿਆਂ ਨੂੰ। ਉਹ ਡਾਕਟਰਾਂ ਨੇ ਨਾ ਆਖਿਆ ਵੀ ਆ ਬਾਪੂ ਨੂੰ ਕੱਢੋ ਬਾਹਰ ਜੀ। ਇਹਨੂੰ ਫਿਰ ਕੱਢਿਆ ਜਦੋਂ ਬਾਹਰ ਤੇ ਇਹਨੂੰ ਉਹ ਹਸਪਤਾਲ ਲੈ ਗਏ। ਮੈਂ ਹਸਪਤਾਲ ਨਾਲ ਹੀ ਰਿਹਾ ਉਹਦੇ ਜਾਣਿਆ। ਉਹ ਸਾਰੀ ਰਾਤ ਅੱਧੀ ਰਾਤ ਸੀ ਦਾ ਹੱਥੋਂ ਤੇ ਇੱਕ ਗੋਲੀ ਵੱਜੀ ਸੀ ਇੱਥੇ, ਸੱਟਾਂ ਜ਼ਿਆਦੀਆਂ ਸੀ, ਬਹੁਤ ਜ਼ਿਆਦੀਆਂ। ਫਿਰ ਉਹਨਾਂ ਨੇ ਪੱਟੀਆਂ ਮਲਮਾਂ ਕੀਤੀਆਂ। ਫਿਰ ਅਗਲੇ ਦਿਨ ਇਹ ਹਸਪਤਾਲ ਜਦੋਂ ਗਏ ਤੇ ਟੌਰਾ ਤੇ ਬਾਦਲ ਹੋਣੀ ਜੀ, ਇਹ ਸੰਤ ਜਰਨੈਲ ਸਿੰਘ, ਇਹ ਸਾਰੇ ਜਦੋਂ ਗਏ ਉੱਥੇ ਬਾਪੂ ਦੇ ਵੀ ਦਰਸ਼ਨ ਕੀਤੇ। ਹੋਰ ਜਿਹਨਾਂ ਸੱਟਾਂ ਲੱਗੀਆਂ ਸੀ ਵਾਹ ਚੋਖੇ ਸਿੰਘਾਂ ਨੂੰ ਸੱਟਾਂ ਲੱਗੀਆਂ ਸੀ ਜੀ। ਉੱਥੇ ਫਿਰ ਇਹਨਾਂ ਨੇ ਸੰਤਾਂ ਨੇ ਆਖਿਆ ਵੀ ਇਹ ਬਾਪੂ ਸਾਡਾ ਜਿੰਦਾ ਸ਼ਹੀਦ ਆ। ਇਹ ਫਿਰ ਮਗਰੋਂ ਕਰੀਬਨ ਗਿਣ ਲਓ ਵੀ ਇਹ ਹੁਣ 8 'ਚ ਸਰੀਰ ਛੱਡਿਆ ਇਹਨਾਂ ਨੇ ਜੀ 2008 ਦੇ ਵਿੱਚ। ਹਾਂ 78 ਦੇ ਮਗਰੋਂ ਇਹਨਾਂ ਚਿਰ ਕੱਢ ਗਏ। ਉਸ ਤੋਂ ਬਾਅਦ ਤੁਹਾਡੇ ਭਰਾ ਜਿਹੜੇ ਆ ਉਹ ਸੰਤ ਜਰਨੈਲ ਸਿੰਘ ਜੀ ਦੀ ਗੜਵਈ ਦੇ ਵਜੋਂ ਸੇਵਾ ਨਿਭਾਈ ਆ। ਹਾਂਜੀ, ਉਹਨਾਂ ਦਾ ਕਿਵੇਂ ਮਿਲਣਾ ਹੋਇਆ ਸੰਤ ਜਰਨੈਲ ਸਿੰਘ ਜੀ ਦੇ ਨਾਲ ਤੇ ਕੀ ਉਹ ਦਰਬਾਰ ਸਾਹਿਬ ਦੇ ਵਿੱਚ ਉਸ ਵੇਲੇ ਮੌਜੂਦ ਸੀ ਜਦੋਂ ਇਹ ਸਾਕਾ ਹੋਇਆ? ਉਹਨਾਂ ਦਾ ਮਿਲਣਾ ਤਾਂ ਉਹ ਨਾਲ ਹੀ ਰਹੇ ਨੇ। ਤੁਹਾਨੂੰ ਅੱਗੇ ਦੱਸਿਆ ਮੈਂ ਵੀ ਜਦੋਂ ਉਹ ਦਿੱਲੀ ਵਾਲਾ ਮਰਿਆ ਨਿਰੰਕਾਰੀ ਜੀ, ਉਹਦੇ ਵਿੱਚ ਵੀ ਇਹਦਾ ਪਰਚਾ ਹੋਇਆ ਸੀ ਤੇ ਸੰਤਾਂ ਨਾਲ ਹੀ ਰਹਿੰਦਾ ਸੀ ਇਹ ਜੀ। ਹੋਰ ਵੀ ਇੱਥੇ ਇਹਨਾਂ ਨੇ ਕੇਸ ਕੂਸ ਬਣਾਇਆ ਸੀ, ਉਹਦੇ ਵਿੱਚ ਮੈਨੂੰ ਵੀ ਟੈਰੋ ਕਾਰਡ ਬੜਾ ਕਰਦੇ ਰਹੇ ਨੇ ਜੀ। ਮੈਂ ਇੱਕ ਉਹਦੇ ਬਹੁਤ ਮੇਰੇ ਤੇ ਬੱਸਾਂ ਦੇ ਵੀ ਪਾਏ। ਇੱਕ ਬੰਬ ਵੀ ਇੱਥੇ ਚੱਲਿਆ, ਉਹ ਵੀ ਮੇਰੇ ਤੇ ਪਾਇਆ। ਪਿਸਤੌਲ ਪਾਇਆ ਮੇਰੇ ਤੇ। 18 ਦਿਨ ਮੈਂ ਤਬਦੀਸ਼ ਵੀ ਕੱਢਦਾ ਰਿਹਾ ਪੁਲਿਸ ਦੀ ਜੀ। ਤੇ ਉਹਦੇ ਬਹੁਤ ਹੀ ਉਹ ਸੰਤਾਂ ਨਾਲ ਰਹਿੰਦੇ ਸੀ ਵੀ ਉਹਨਾਂ ਨੂੰ ਪੇਸ਼ ਕਰੋ ਜੀ। ਪੇਸ਼ ਕਿਹਨੇ ਕਰਨਾ ਸੀ? ਉਹ ਸੰਤਾਂ ਨਾਲ ਰਹਿੰਦੇ ਸੀ ਇਸ ਤਰ੍ਹਾਂ ਨਾਲ ਹੀ। ਤੇ ਸੰਤਾਂ ਦੇ ਨਾਲ ਉਹਦਾ ਜੋੜ ਮੇਲਾ ਸੀ ਸਾਰਾ ਹੀ, ਸਾਡੇ ਪਰਿਵਾਰ ਦਾ ਸਾਰੇ ਦਾ। ਤੁਹਾਡਾ ਭਰਾ ਗੁਰਮੁਖ ਸਿੰਘ ਤੇ ਜਦੋਂ ਜਾਂਦੇ ਆ ਕਿੰਨੇ ਕੁ ਦਿਨ ਤਕਰੀਬਨ ਪਹਿਲਾਂ ਜਦੋਂ ਇਹ ਸਾਕਾ ਵਾਪਰਦਾ ਹੈ, ਕਿੰਨੇ ਕੁ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਉਹ ਚਲੇ ਗਏ ਸੀ ਤੇ ਤੁਹਾਨੂੰ ਕੀ ਕੁਝ ਪਤਾ ਪਹਿਲਾਂ ਦੀਆਂ ਤਿਆਰੀਆਂ ਦੇ ਬਾਰੇ ਚ? ਕੀ ਕੁਝ ਪਤਾ ਹੈ? ਉਹ ਰਹਿੰਦੇ ਹੀ ਉੱਥੇ ਜੀ। ਉਹ ਤਕਰੀਬਨ ਸੰਤਾਂ ਨਾਲ ਉਹ ਆਉਂਦੇ ਹੀ ਨਹੀਂ ਸੀ ਘਰੇ। ਜੇ ਆਉਂਦੇ ਵੀ ਸੀ ਤੇ ਸੰਤਾਂ ਨਾਲ ਹੀ, ਜਿੱਥੇ ਆਉਣਾ ਉੱਥੇ ਸੰਤਾਂ ਨਾਲ ਹੀ ਆਉਣਾ। ਉਦੋਂ ਬਾਅਦ ਨਹੀਂ ਸੀ ਆਉਂਦੇ ਕਦੇ ਵੀ ਉਹ ਜੀ ਜੀ। ਉਹ ਨਾਲ ਹੀ ਰਹਿੰਦੇ ਅੱਠੇ ਪਾਰ। ਉੱਥੇ ਵੀ ਉਹ ਗੜਵਈ ਦਾ ਵੀ ਕੰਮ ਕਰਦੇ ਸੀ ਸਾਰਾ। ਹੋਰ ਵੀ ਜਿਹੜਾ ਸੰਤਾਂ ਦਾ ਪੈਸੇ ਧੇਲੇ ਦਾ ਜਾਂ ਜਿਤਨਾ ਦਾ ਵੀ ਕੰਮ ਹੈ ਸਾਰਾ ਸੰਤਾਂ ਦਾ, ਰੋਟੀ ਪਾਣੀ ਦਾ ਸਾਰਾ ਉਹਦੇ ਕੋਲ ਹੀ ਹੁੰਦਾ ਹੈ। ਤੁਸੀਂ ਵੀ ਕਿਹਾ ਕਿ ਤੁਸੀਂ ਵੀ ਉੱਥੇ ਸੀ ਔਰ ਜਦੋਂ ਇਹ ਸਾਕਾ ਵਾਪਰਦਾ ਤੇ 2 ਦਿਨ ਪਹਿਲਾਂ ਤੁਸੀਂ ਦਰਬਾਰ ਸਾਹਿਬ ਚੋਂ ਬਾਹਰ ਨਿਕਲੇ ਆ। ਜੇ ਤੁਹਾਡੀ ਨਜ਼ਰ ਤੋਂ ਜਾਣਨਾ ਹੋਵੇ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਾਰੇ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਅਸ਼ੰਕਾਵਾਂ ਹੈਗੀਆਂ। ਕੁਝ ਉਹਨਾਂ ਨੂੰ ਸ਼ਹੀਦ ਮੰਨਦੇ ਆ, ਕੁਝ ਕਹਿੰਦੇ ਆ ਵੀ ਸ਼ਹੀਦ ਆ, ਪਰ ਉਹ ਇਹ ਵੀ ਨਾਲ ਪੁੱਛਦੇ ਵੀ ਸਰਕਾਰ ਅੱਤਵਾਦੀ ਕਿਉਂ ਕਹਿੰਦੀ ਆ। ਉਹਨਾਂ ਨੂੰ ਆਪਣੇ ਆਪ ਦੇ ਵਿੱਚ ਕਨਫਿਊਜ਼ਨ ਆ। ਕਿਵੇਂ ਦੀ ਸ਼ਖਸੀਅਤ ਸੀਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ? ਜਿਸ ਤਰੀਕੇ ਨਾਲ ਤੁਸੀਂ ਵੇਖਿਆ ਤੁਹਾਡੇ ਪੂਰੇ ਪਰਿਵਾਰ ਉਹਨਾਂ ਨਾਲ ਵਿਚਰਿਆ। ਇੱਧਰ ਵੇਖੋ, ਅੱਤਵਾਦੀ ਦਾ ਉਹਨਾਂ ਨੂੰ ਹੁਣ ਵੀ ਸਰਕਾਰ ਆਖੀ ਜਾਂਦੀ ਹੈ। ਹੁਣ ਜਿਹੜੇ ਆ ਉੱਥੇ ਦਿੱਲੀ ਬੈਠੇ ਉਹਨਾਂ ਨੂੰ ਅੱਤਵਾਦੀ, ਇਹਦੇ ਵਿੱਚ ਅੱਤਵਾਦੀ ਆਣ ਵੜੇ ਆ ਜੀ। ਤੁਹਾਡੇ ਸਾਹਮਣੇ ਹੀ ਆ ਮੌਕਾ ਜਿਹੜਾ ਵੇਂਦੇ ਨੇ ਜੀ। ਸੰਤਾਂ ਨੂੰ ਤਾਂ ਸੰਤ ਜੋ ਜਵਾਬ ਦਿੰਦੇ ਠੋਕ ਕੇ ਅੱਗੋਂ ਵੀ ਤੁਸੀਂ ਸਾਡੇ ਹੱਕ ਦਿਓ ਜੀ, ਤੁਸੀਂ ਸਾਡੇ ਸਿੰਘ ਸ਼ਹੀਦ ਕਰਦੇ ਜੇ ਜੀ, ਤੇ ਅਸੀਂ ਫਿਰ ਤੁਹਾਡੇ ਵੀ ਕਰਾਂਗੇ ਬੰਦੇ। ਜਦੋਂ ਜਵਾਬ ਦਿੰਦੇ ਸੀ ਜਾਂ ਲੀਡਰਾਂ ਨੂੰ ਜਵਾਬ ਦਿੰਦੇ ਸੀ ਤੇ ਉਹ ਉਲਟਾ ਅੱਤਵਾਦੀ ਉਹਨਾਂ ਨੂੰ ਆਂਦੇ ਸੀ। ਉਹਦਾ ਟਕਸਾਲ ਦੇ ਅੰਮ੍ਰਿਤ ਛਕਾਉਂਦੇ ਸੀ ਜੀ। ਟਕਸਾਲ ਦੇ 5000 ਆਦਮੀ ਨੂੰ ਇੱਕੇ ਦਿਨ ਬਾਬੇ ਬੁੱਢੇ ਉਹਨਾਂ ਅੰਮ੍ਰਿਤ ਛਕਾਇਆ। ਬਾਬੇ ਬੁੱਢੇ, ਤੁਸੀਂ ਬਾਬੇ ਬੁੱਢੇ ਸ਼ਾਇਦ ਦਰਸ਼ਨ ਕੀਤੇ ਹੋਣਗੇ ਜੀ ਜੀ ਜੀ। ਇੱਕੇ ਦਿਨ 5000 ਨੂੰ ਇੱਥੇ ਅੰਮ੍ਰਿਤ ਛਕਾਇਆ ਉਹਨਾਂ ਨੇ। ਸੰਤ ਜਰਨੈਲ ਸਿੰਘ ਨੇ ਆਪ ਵਿੱਚ ਲੱਗ ਕੇ ਗੁਰਮੁਖ ਸਿੰਘ ਲੱਗਾ ਨਾਲ। ਤੁਹਾਡੀ ਨਜ਼ਰ ਦੇ ਵਿੱਚ
ਹੋਰ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਤੁਸੀਂ ਵਿਚਰੇ ਹੋਏ ਆ ਉਹਨਾਂ ਦੇ ਹਾਂਜੀ, ਨਾਲ, ਹਾਂਜੀ। ਤੁਹਾਡਾ ਪੂਰਾ ਪਰਿਵਾਰ ਉਹਨਾਂ ਦੇ ਨਾਲ ਰਿਹਾ ਔਰ ਬਹੁਤ ਨੇੜੇ ਤੋਂ ਬਹੁਤ ਸਾਰੀਆਂ ਚੀਜ਼ਾਂ ਜਾਣਦੇ ਹੋਵੋਗੇ। ਹਾਂਜੀ। ਹੋਰ ਇਹੋ ਜਿਹੀਆਂ ਕਿਹੜੀਆਂ ਗੱਲਾਂ ਜਿਹੜੀਆਂ ਆਮ ਲੋਕਾਂ ਨੂੰ ਪਤਾ ਨਹੀਂ, ਉਹ ਹੋਰ ਕਿੱਦਾਂ ਦੀ ਸ਼ਖਸੀਅਤ ਸੀ? ਮੈਂ ਕੁਝ ਹੋਰ ਉਹਨਾਂ ਦੇ ਬਾਰੇ ਚ ਜਾਣਨਾ ਚਾਹੁੰਦੀ ਹਾਂ। ਗੱਲ ਆ ਜੀ, ਉਹ ਮਹਾਂਪੁਰਸ਼ ਇਹੋ ਜਿਹੇ ਹੀ ਵੀ ਵਜਨ ਕਰਦੇ ਸੀ ਉਹ ਪੱਕਾ। ਜੀ ਇਹਨਾਂ ਨੂੰ ਇਹ ਲੱਗਦਾ ਸੀ ਸਰਕਾਰਾਂ ਨੂੰ ਕੌੜਾ, ਜੀ ਉਹ ਗੱਲ ਬੋਲਦੇ ਸੀ ਸਹੀ ਹੂੰ ਵੀ ਅਸੀਂ ਜਿਸ ਤਰ੍ਹਾਂ ਹੁਣ ਤੁਸੀਂ ਵੇਖੋ ਵੀ ਇਹਨਾਂ ਨੇ ਨਾਂਗੀ ਦੇ ਸੰਤਾਂ ਨੂੰ ਆਖਤਾ ਜੀ ਇਹ ਖਾਲਿਸਤਾਨ ਮੰਗਦੇ ਆ। ਹੂੰ ਹੂੰ ਤੇ ਸੰਤਾਂ ਨੇ ਖਾਲਿਸਤਾਨ ਤਾਂ ਮੰਗਿਆ ਹੀ ਨਹੀਂ, ਸੰਤਾਂ ਇਹ ਜੇ ਦਿਓਗੇ ਤੇ ਲੈ ਲਾਂਗੇ। ਅੱਛਾ ਸੰਤਾਂ ਨੇ ਵਜਨ ਜਿਹੜੇ ਕਰਦੇ ਸੀ ਉਹ ਸਿੱਧੇ ਵੀ ਜੇ ਦੇ ਦਿਓਗੇ ਤੇ ਲੈ ਲਾਂਗੇ, ਅਸੀਂ ਤਾਂ ਮੰਗਦੇ ਨਹੀਂਗੇ। ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਮੰਗਦੇ, ਆਹ, ਖਾਲਿਸਤਾਨ ਸਾਡੀ ਮੰਗ ਨਹੀਂ ਆਹੋ ਆ। ਫਿਰ ਹੋਰ ਕਿਹੜੀਆਂ ਮੰਗਾਂ ਸੀ ਉਹਨਾਂ ਦੀਆਂ? ਜੇ ਉਹਦੇ ਮੰਗਾਂ ਇਹ ਸੀ ਵੀ ਇਹਨਾਂ ਨੇ ਕਾਲੀਆਂ ਨੇ ਜਿਹੜੀਆਂ ਨਾਂਗੀ ਦੇ ਮੰਗਾਂ ਰੱਖੀਆਂ ਸੀ ਆਪਦੀਆਂ 24-25 ਮੰਗਾਂ ਰੱਖੀਆਂ ਸੀ ਇਹਨਾਂ ਨੇ ਅਨੰਦਪੁਰ ਕਾਲੀਆਂ ਸਾਹਿਬ ਨੇ। ਦੇ ਮਤੇ ਹਾਂ ਵਾਲੀਆਂ? ਮਤੇ ਆਨੰਦਪੁਰ ਦਾ ਮਤਾ, ਜੀ ਉਹਦੇ 'ਚ ਜਦੋਂ ਇਹਨਾਂ ਆਨੰਦਪੁਰ ਦਾ ਮਤਾ ਰੱਖਿਆ ਤੇ ਸਭ ਤੋਂ ਪਹਿਲੋਂ ਭਾਈ ਅਮਰੀਕ ਸਿੰਘ ਨੂੰ ਫੜ ਲਿਆ ਇਹਨਾਂ ਨੇ ਜੀ ਤੇ 1800 ਨੂੰ। ਹੂੰ 1800 ਤੇ ਜਿਹੜਾ ਅਮਰੀਕ ਸਿੰਘ ਸੰਤ ਕਰਤਾਰ ਸਿੰਘ ਦਾ ਮੁੰਡਾ, ਜੀ ਇਹਨਾਂ ਨੂੰ ਫੜ ਲਿਆ ਜਦੋਂ, ਤੇ ਸੰਤਾਂ ਨੇ ਆਇਆ ਵੀ ਤੁਸੀਂ ਨਾਂਗੀ ਦੇ ਇਹਨਾਂ ਨੂੰ ਕਿਉਂ ਫੜਿਆ? ਜੀ ਇਹਨਾਂ ਨੇ ਉਸੇ ਵੋਹ 'ਚ ਹੀ ਇਹਨਾਂ ਸੰਤਾਂ ਨੇ ਉਹਨਾਂ ਨੂੰ ਫੜ ਗਿਆ। ਉਹਦੇ ਵੋਹ 'ਚ ਫਿਰ ਇਹ ਚੱਲ ਪਿਆ, ਆਨੰਦਪੁਰ ਦਾ ਮਤਾ ਚੱਲ ਪਿਆ। ਜੀ। ਸੰਤਾਂ ਨੇ ਮੁੜ ਕੇ ਮੋਰਚਾ ਲਾਤਾ। ਹੂੰ ਸੰਤਾਂ ਨੇ ਫਿਰ 51 ਸਿੰਘ ਆਖਿਆ ਵੀ ਅਸੀਂ ਘੱਲਿਆ ਕਰਾਂਗੇ ਹੂੰ ਰੋਜ਼। ਹੂੰ ਜਦੋਂ ਇਹ ਗੱਲ ਹੋਈ ਤੇ ਫਿਰ ਇਹ ਸੰਤ ਘੱਲਣ ਡਏ ਪਏ। ਜਦੋਂ 8 ਕੁ ਦਿਨ ਸੰਤਾਂ ਨੇ ਘੱਲਿਆ, ਹੂੰ ਇਹਨਾਂ ਕਾਲੀਆਂ ਨੂੰ ਫਿਰ ਪੁਆੜਾ ਪੈ ਗਿਆ ਵੀ ਇਹ ਸੰਤ ਜਰਨੈਲ ਸਿੰਘ ਆਂਗੀ ਦੇ ਬਣ ਜਾਊਗਾ ਮੋਹਤਬਾਰ। ਜੀ ਇਹਨਾਂ ਨੇ ਫਿਰ ਮੋਰਚਾ ਆਪਦੇ ਹੱਥ 'ਚ ਲੈ ਲਿਆ ਵੀ ਐਸਾ ਬਾਬਾ ਜੀ ਸਾਨੂੰ ਦੇ ਦਿਓ, ਤੁਸੀਂ ਅਸੀਂ ਨਾਲ ਮੋਰਚਾ ਚਲਾਉਣੇ, ਸੰਤਾਂ ਚਲਾਓ। ਜੀ ਇਹ ਫਿਰ ਰਲ ਕੇ ਚਲਾਉਂਦੇ ਰਹੇ, ਸੰਤ ਨਾਲ ਰਹੇ ਨੇ। ਹੂੰ ਤੇ ਸੰਤਾਂ ਨੂੰ ਦਾਤਵਾਦੀ ਜਾਣ ਕੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਬਣਾ ਕੇ ਇਹਨਾਂ ਨੇ ਅਟੈਕ ਕੀਤਾ, ਜਾਣ ਕੇ ਕੀਤਾ ਇਹਨਾਂ ਨੇ ਅਟੈਕ, ਸੰਤਾਂ ਦੇ ਸਿਰਫ ਸੰਤਾਂ ਨੂੰ ਮਾਰਨ ਬਦਲੇ ਕਿਹਨਾਂ ਨੇ ਕੀਤਾ? ਇਹ ਸਰਕਾਰ ਨੇ ਤੇ ਕੇਂਦਰ ਇਹਨਾਂ ਸਰਕਾਰ ਨੇ? ਕਾਲੀਆਂ ਨੇ ਕਰਾਇਆ ਅੱਛਾ ਵੀ ਕਾਲੀਆਂ ਨੇ। ਪੰਜਾਬ ਦੀ ਵੀ ਤੁਸੀਂ ਕਹਿਣਾ ਚਾਹੁੰਦੇ ਵੀ ਪੰਜਾਬ ਦੀਆਂ ਸਰਕਾਰਾਂ ਦਾ ਹੱਥ ਸੀ ਵਿੱਚ? ਹਾਂਜੀ। ਮਕਸਦ? ਹਾਂ, ਕਰਾਇਆ ਵੀ ਇਹਨਾਂ ਨੇ। ਨਾਂਗ ਦੇ ਸਾਰੇ ਇਹਨਾਂ ਨੂੰ ਕਿਉਂ ਨਹੀਂ, ਟੌਰੇ ਨੂੰ ਕਿਉਂ ਨਹੀਂ ਮਾਰਿਆ ਕਿਸੇ ਨੇ, ਬਾਦਲ ਨੂੰ ਕਿਉਂ ਨਹੀਂ ਮਾਰਿਆ, ਤਲਵੰਡੀ ਨੂੰ ਕਿਉਂ ਨਹੀਂ ਮਾਰਿਆ? ਇਹ ਉੱਥੇ ਦਰਬਾਰ ਸਾਹਿਬ ਹੈ ਨਹੀਂ, ਹੂੰ ਇਹ ਵੀ ਤਾਂ ਉੱਥੇ ਹੀ ਸੀ। ਹੂੰ ਸੰਤਾਂ ਨੇ ਵਾਇਰੇ ਨਾ ਕਿਉਂ ਕੱਢਿਆ ਇਹਨਾਂ? ਜੀ ਤੁਸੀਂ ਵੇਖੋ ਵੀ ਅੱਛਾ ਇਹ ਵੀ ਤਾਂ ਉੱਥੇ ਹੀ ਇਹਨਾਂ ਤੇ ਗੋਲੀ ਨਹੀਂ ਵੱਜ ਸਕਦੀ। ਜੀ ਇਹਨਾਂ ਨੂੰ ਜਹਾਜ਼ਾਂ 'ਚ ਬਾਹਰ ਕੱਢ ਕੇ ਲੈ ਗਏ ਨੇ ਹੂੰ ਤੇ ਉਹਨਾਂ ਨੂੰ ਸਿੰਘਾਂ ਨੂੰ ਸ਼ਹੀਦ ਕਰਤਾ। ਕੱਲ ਇੱਥੇ ਇੱਕ ਇੰਟਰਵਿਊ ਦੇਣ ਡਿਆ ਸੀ, ਜੀ ਉਹ ਆਂਦਾ ਸੀ ਵੀ 700 ਸਿੰਘ ਸ਼ਹੀਦ ਹੋਇਆ ਉੱਥੇ ਜੀ ਤੇ 100 ਜਿਹੜਾ ਹੈ ਉਹ ਹੋਇਆ ਹੈ ਕਮਰਿਆਂ ਦੇ ਵਿੱਚ। ਜੀ ਕੱਲ ਦੀ ਇੰਟਰਵਿਊ ਆਉਣ ਡਈ ਟੈਲੀਵਿਜ਼ਨ 'ਚ ਜੀ ਵੀ 800 ਸਿੰਘ ਉੱਥੇ ਸ਼ਹੀਦ ਹੋਇਆ। ਹੂੰ ਜਾਣਿਆ 100 ਪਾ ਕੇ 700 ਦਰਬਾਰ ਸਾਹਿਬ। ਹੂੰ ਫਿਰ ਉਹਦੇ ਜੋ ਇਹ ਉਹ ਕਿਸੇ ਨੇ ਆਖਿਆ ਉਹ ਵੀ ਇੱਕ ਘਰੀਸਦੇ ਰਹੇ ਨੇ ਉਹਨਾਂ ਨੂੰ। ਜੀ ਇਹ ਨਹੀਂ, ਇਹ ਨਹੀਂ ਗੱਲ ਹੈਗੀ, ਘਰੀਸਦੇ ਨਹੀਂ ਰਹੇ। ਉਸ ਤਰ੍ਹਾਂ ਹੀ 4 ਜਣੇ ਤੋਂ ਬਗੈਰ ਤਾਂ ਬੰਦਾ ਚੁੱਕਿਆ ਨਹੀਂ ਜਾਂਦਾ। ਹੂੰ ਇਹ ਕੱਲ ਇੰਟਰਵਿਊ ਦੇਣ ਡਿਆ ਸੀ ਇੱਕ ਅਫਸਰ, ਮੈਂ ਵੀ ਨਾਲ ਆ, ਮੈਂ ਉਹਦਾ ਨਾਂ ਨਹੀਂ ਜਾਣਦਾ ਵੀ। ਜੀ ਮਤਲਬ ਪਹਿਲਾਂ ਤਾਂ ਇੱਕ ਗਲਤ ਚੀਜ਼ ਹੋਈ ਆ, ਹਾਂ। ਜਿਹਨੂੰ ਅਸੀਂ ਕਹਿੰਦੇ ਆ ਕਿ ਕਿਸੇ ਦੇ ਧਾਰਮਿਕ ਸਥਾਨ ਤੇ ਜਾ ਕੇ ਮੁੱਠੀ ਭਰ ਲੋਕਾਂ ਨੂੰ ਮਾਰਨ ਦੇ ਲਈ ਹੀ ਇੰਨੇ ਵੱਡੇ ਪ੍ਰਬੰਧ ਕੀਤੇ ਗਏ। ਉੱਤੋਂ ਤੁਹਾਡੇ ਕਹਿਣ ਦਾ ਮਤਲਬ ਆ ਕਿ ਲਾਸ਼ਾਂ ਦੀ ਨਰਾਦਰੀ ਵੀ ਕੀਤੀ ਗਈ? ਹਾਂਜੀ, ਕੀਤੀ ਗਈ ਹੈ। ਤੇ ਧੂ ਕੇ ਸਿੰਘਾਂ ਨੂੰ ਤੇ ਧੂ ਕੇ ਸੁੱਟਦੇ ਰਹੇ ਨੇ। ਦੱਸਣ ਵਾਲੇ ਉਦੋਂ ਜਿਹੜੇ ਸਿੰਘ ਵਿੱਚ ਬਚੇ ਨੇ, ਜਾਂ ਆ ਜਿਸ ਤਰ੍ਹਾਂ ਮਰੀਕ ਸੋਹਣ, ਮਨਜੀਤ ਸੋਹਣੀ ਨੇ, ਆ ਗਿੱਲ ਹੋਣੀ ਨੇ, ਸਾਰੇ ਜਿੰਨੇ ਆ ਵਟੋਆ, ਇਹ ਸਾਰੇ ਬਚ ਕੇ ਹੀ ਆਏ ਉਥੋਂ। ਇੱਕ ਇਹ ਚੀਜ਼ ਜਾਣਨਾ ਚਾਹੁੰਦੀ ਹਾਂ, ਕਿਉਂਕਿ ਤੁਸੀਂ ਬਹੁਤ ਨੇੜੇ ਤੋਂ ਵਿਚਰੇ ਆ, ਜਿਸ ਤਰੀਕੇ ਨਾਲ ਪ੍ਰਚਾਰਿਆ ਜਾਂਦਾ, ਜਿਸ ਤਰੀਕੇ ਨਾਲ ਆਮ ਹੀ ਕਿਹਾ ਜਾਂਦਾ ਹੈ ਕਿ ਸ਼ਾਇਦ ਸਰਕਾਰ ਨੂੰ ਇਸ ਚੀਜ਼ ਦਾ ਡਰ ਪੈ ਗਿਆ ਸੀ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਿਆਂ ਕਰਨ ਲੱਗ ਪਏ ਸੀ, ਖੁੱਲੀਆਂ ਅਦਾਲਤਾਂ ਲਾਉਣ ਲੱਗ ਪਏ ਸੀ, ਤੇ ਨਾਲ ਦੀ ਨਾਲ ਜਿੱਥੇ ਵੀ ਇਹ ਨਿਆਂ ਹੁੰਦਾ ਸੀ, ਜਿੱਥੇ ਕੁਝ ਗਲਤ ਹੁੰਦਾ ਸੀ, ਉਹ ਉੱਥੇ ਫੈਸਲਾ ਸੁਣਾਉਂਦੇ ਸੀ। ਤੇ ਬਹੁਤ ਚੀਜ਼ਾਂ ਇਦਾਂ ਦੀਆਂ ਵੀ ਦੇਖਣ ਸੁਣਨ ਨੂੰ ਮਿਲਦੀਆਂ ਵੀ ਉਹ ਸਜ਼ਾ ਦਿੰਦੇ ਸੀ, ਔਰ ਸਜ਼ਾ ਮੌਤ ਤੱਕ ਦੀ ਹੋ ਜਾਂਦੀ ਸੀ। ਇਹਨਾਂ ਚੀਜ਼ਾਂ 'ਚ ਕਿੰਨੀ ਕੁ ਹਕੀਕਤ ਆ? ਨਹੀਂ, ਸਜ਼ਾ ਮੌਤ ਦੀ ਨਹੀਂ ਸੀ ਉਹ ਦਿੰਦੇ ਜੀ। ਸਜ਼ਾ ਇਸ ਤਰ੍ਹਾਂ ਹੀ ਵੀ ਉਹ ਜੇ ਕਿਸੇ ਧੀ ਭੈਣ ਛੱਡਦਾ ਸੀ ਕੋਈ, ਜੀ,
ਉਹਨੂੰ ਉਹ ਆਂਦੇ ਸੀ ਵੀ ਦੱਸ ਤੈਨੂੰ ਕਿਹੜੀ ਤੰਗੀ ਹੈ, ਤੈਨੂੰ ਪੈਸੇ ਚਾਹੀਦੇ ਆ ਜਾਂ ਕੀ, ਤੈਨੂੰ ਕਿਹੜੀ ਕਮਜ਼ੋਰੀ ਹੈ ਤੇਰੇ 'ਚ, ਮੈਂ ਦੇ ਦੇਣਾ ਤੈਨੂੰ, ਮੇਰੀ ਤੇ ਭੈਣ ਲੱਗਦੀ ਹੈ ਜਾਂ ਮੇਰੀ ਇਹ ਧੀ ਲੱਗਦੀ ਹੈ, ਤੂੰ ਇਹਨੂੰ ਕਿਉਂ ਤੰਗ ਕਰਦਾ ਜੀ। ਜਦੋਂ ਇਹੋ ਜਿਹੀਆਂ ਗੱਲਾਂ ਕਰੀਏ ਤੇ ਅਗਲਾ ਮੰਨ ਜਾਂਦਾ ਸੀ ਵੀ ਬਾਬਾ ਜੀ ਨਹੀਂ ਮੈਂ ਹੀ ਨਹੀਂ ਕਰਦੇ। ਇਹੋ ਜਿਹੇ ਫੈਸਲੇ ਉਹ ਕਰਦੇ ਸੀ। ਜੇ ਲੜਾਈ ਕੋਈ ਝਗੜਾ ਕਿਸੇ ਦਾ ਪਿੰਡਾਂ ਦੇ ਵਿੱਚ ਹੁੰਦਾ ਸੀ ਤੇ ਉੱਥੇ ਜਿਹੜੇ ਚਲੇ ਜਾਂਦੇ ਸੀ ਉਹ ਆਉਂਦਾ ਸੀ ਕਿਉਂ ਨਾ ਲੜਦੇ ਤੁਸੀਂ ਆਪ ਵੀ ਜੀ, ਦੱਸੋ ਕੀ ਦੁੱਖ ਹੈ ਤੁਹਾਨੂੰ, ਉਹਨਾਂ ਦਾ ਫੈਸਲਾ ਕਰਾ ਦਿੰਦੇ ਸੀ। ਇਹਦੇ ਦੱਸੋ ਕੋਈ ਫੈਸਲਾ ਕਰਾਉਣ ਦਾ ਕੋਈ ਮਾੜੀ ਗੱਲ ਤਾਂ ਹੈ ਹੀ ਨਹੀਂ ਗੀ। ਤੇ ਇਹਨਾਂ ਨੂੰ ਉਹ ਇਸ ਗੱਲ ਦੀ ਤੰਗੀ ਵੀ ਕਿਉਂ ਕਰਾਉਂਦੇ ਰਹੇ ਨੇ। ਜਦੋਂ ਇਹ ਸਾਕਾ ਵਾਪਰਦਾ ਹੈ ਤੇ ਉਸ ਤੋਂ ਪਹਿਲਾਂ ਕੁਝ ਅੰਦਾਜ਼ੇ ਸੀ ਵੀ ਸਰਕਾਰਾਂ ਇਸ ਹੱਦ ਤੱਕ ਜਾ ਸਕਦੀਆਂ ਔਰ ਟੈਂਕ ਜਿਹੜੇ ਆ ਸਕਦੇ ਆ, ਫੌਜ ਲੱਗ ਸਕਦੀ ਹੈ, ਕਿਉਂਕਿ ਤੁਸੀਂ ਉੱਥੇ ਸੀ, ਤੁਸੀਂ 2 ਦਿਨ ਪਹਿਲਾਂ ਨਿਕਲਦੇ ਆ, ਕੁਝ ਹਾਲਾਤ ਦਿਖੇ ਸੀਗੇ ਵੀ ਸਰਕਾਰਾਂ ਐਡੀ ਵੱਡੀ ਪਲੈਨਿੰਗ ਦੇ ਨਾਲ ਆ ਰਹੀਆਂ ਔਰ ਟੈਂਕ ਜਿਹੜੇ ਆ ਲਿਆਂਦੇ ਜਾ ਸਕਦੇ, ਫੌਜ ਲਾਈ ਜਾ ਸਕਦੀ ਆ, ਪਹਿਲਾਂ ਕੁਝ ਅੰਦੇਸ਼ੇ ਸੀ ਅੰਦਰ? ਇਹਦਾ ਅੰਦਾਜ਼ਾ ਹੈਗਾ ਸਿੰਘਾਂ ਨੂੰ ਅੰਦਰ ਹੈਗਾ ਸੀ। ਹਾਂ, ਵੀ ਸਰਕਾਰ ਪਹਿਲੋਂ ਬਿਆਨਾਂ ਤੋਂ ਵੀ ਸੰਤਾਂ ਨੂੰ ਪਤਾ ਲੱਗਦਾ ਸੀ। ਸੰਤਾਂ ਨੂੰ ਆਦੇ ਹੁੰਦੇ ਸਿੰਘ ਜੀ ਉਹ ਸਬੰਗਾਂ ਵਾਲੀਆਂ ਪੌੜੀਆਂ ਲੈ ਕੇ ਆਉਣੀਆਂ ਉਹਨਾਂ ਨੇ, ਉਹਨਾਂ ਨੇ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਆਉਣੇ ਆ, ਟੈਂਕ ਲੈ ਕੇ ਆਉਣੇ ਆ। ਸੰਤਾਂ ਨੇ ਇਹ ਕੋਈ ਗੱਲ ਨਹੀਂ, ਆਪਾਂ ਤਾਂ ਸ਼ਹੀਦੀ ਪਾਉਣੀ ਆ, ਜੇ ਤਾਂ ਕੌਮ ਨੂੰ ਮਿਲ ਜੂ ਕੁਛ ਤੇ ਤਾਂ ਵੀ ਆਪਣੇ ਹੱਥ 'ਚ ਲੱਡੂ ਆ, ਤੇ ਜੇ ਸ਼ਹੀਦੀ ਹੋ ਜੂ ਤਾਂ ਵੀ ਆਪਣੇ ਹੱਥ 'ਚ ਲੱਡੂ ਆ। ਕੋਈ ਨਹੀਂ ਆਉਣ ਦਿਓ, ਜੇ ਆਉਣਗੇ ਤੇ ਲੱਤਾਂ ਨਾਲ ਤੁਰ ਕੇ ਹੀ ਆਉਣਗੇ। ਸੰਤ ਜਰਨੈਲ ਸਿੰਘ ਦਾ ਇਹੋ ਜਿਹਾ ਪ੍ਰਚਾਰ ਸੀ, ਲੱਤਾਂ ਨਾਲ ਹੀ ਤੁਰ ਕੇ ਆਉਣਗੇ ਨਾ। ਜੇ ਗੱਡੀ ਨੂੰ ਲਾ ਕੇ ਨਾ ਕਿਤੇ ਕੋਠੇ ਨੂੰ ਨਾ ਕਿਤੇ ਪੌੜੀ ਲਾਉਣੀ ਹੈ ਤੇ ਪੌੜੀ ਦੇ ਲੱਤਾਂ ਨਹੀਂ ਚੜਨਗੇ ਤਾਂ। ਸੰਤ ਬਿਆਨ ਇਹੋ ਜਿਹੇ ਠੋਕ ਕੇ ਦਿੰਦੇ ਸੀ ਅੱਗੋਂ ਜੀ। ਫਿਰ ਉਹਨਾਂ ਨੇ ਇਹ ਵੀ ਆਖਿਆ ਸੀ ਵੀ ਜੇ ਆਊਗੀ ਸਾਨੇ ਅਸੀਂ ਸੁਣਿਆ, ਸੰਤਾਂ ਨੂੰ ਦੱਸਦੇ ਸੀ। ਸੰਤਾਂ ਨੂੰ ਉਦੋਂ ਵੇਖੋ ਇਹ ਗੱਲਾਂ ਭਾਵੇਂ ਕੋਈ CID 'ਚ ਹੋਣ ਭਾਵੇਂ ਕੋ ਹੋਣ, ਅਸੀਂ ਤਾਂ ਸਿੱਧੀਆਂ ਜਿਹੀਆਂ ਕਰ ਦੇਣ ਵਾਲੇ ਆ ਜੀ। ਵੀ ਕੋਈ ਫੌਜ ਜਿਹੜੀ ਆ, ਫੌਜ ਦੇ ਵਿੱਚ ਵੀ ਕੋਈ ਸੰਤਾਂ ਦੇ ਸਿੰਘ ਹੋਣਗੇ ਕੋਈ ਨਾ ਕੋਈ, ਉਹ ਦੱਸਣ ਵਾਲੇ ਵੀ ਇਸ ਤਰ੍ਹਾਂ ਆਹ ਪੈਲੰਗ ਬਣ ਰਹੀ ਆ, ਆਹ ਪ੍ਰੋਗਰਾਮ ਬਣ ਰਿਹਾ। ਸੰਤਾਂ ਨੂੰ ਪਤਾ ਇਹ ਲੱਗ ਗਿਆ ਸੀ 2 ਦਿਨ ਪਹਿਲੋਂ ਸੰਤਾਂ ਨੂੰ ਵੀ ਸਰਕਾਰ ਨੇ ਅਟੈਕ ਕਰਨਾ ਦਰਬਾਰ ਸਾਹਿਬ ਤੇ। ਜਿਸ ਤਰੀਕੇ ਦੇ ਨਾਲ ਤਿਆਰੀ ਕੀਤੀ ਹੋਈ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹੋ ਗਏ, ਜਨਰਲ ਸੁਬੇਗ ਸਿੰਘ ਹੋ ਗਏ, ਜਿਸ ਤਰੀਕੇ ਨਾਲ ਅੰਦਰੋਂ ਜਵਾਬ ਦਿੱਤਾ ਗਿਆ, ਫੌਜ ਨੂੰ ਵੀ ਉਮੀਦ ਨਹੀਂ ਸੀ ਕਿ ਇੰਨਾ ਸਖਤ ਮੁਕਾਬਲਾ ਸਾਨੂੰ ਮੂਹਰਿਓਂ ਮਿਲ ਸਕਦਾ। ਕੀ ਉਹ 2 ਦਿਨ ਦੀ ਤਿਆਰੀ ਸੀ ਜਾਂ ਲੰਬੀ ਤਿਆਰੀ ਸੀ ਅੰਦਰੋਂ? ਲੰਮੀ ਤਿਆਰੀ ਤਾਂ ਵੇਖੋ ਜੀ, ਇਸ ਗੱਲ ਦਾ ਤਾਂ ਨਹੀਂ ਮੈਨੂੰ ਇੰਨਾ ਪਤਾ ਵੀ ਲੰਮੀ ਤਿਆਰੀ ਕਿੰਨੇ ਕੁ ਦਿਨ ਦੀ ਹੋਊਗੀ ਜਾਂ ਕਿੰਨੇ, ਪਰ ਉਹ ਸੰਤਾਂ ਦਾ ਬਿਆਨ ਜਿਹੜਾ ਹੁੰਦਾ ਸੀ ਉਹ ਆਂਦੇ ਹੁੰਦੇ ਸੀ ਕੋਈ ਗੱਲ ਨਹੀਂ ਆਉਣ ਦਿਓ ਨੇ, ਜੇ ਮੈਂ ਵੀ ਗੱਡੀਆਂ ਲਾ ਕੇ ਘੱਲੂੰਗਾ। ਇਹ ਕਿੰਨੀ ਕੁ ਦੇਰ ਪਹਿਲਾਂ ਦੇ ਬਿਆਨ ਲੱਗਦੇ ਤੁਹਾਨੂੰ? ਪਹਿਲੋਂ ਵਾਵਾ ਦਿੰਦੇ ਰਹੇ ਆ। ਹਾਂ, ਵੀ ਜੇ ਤੁਸੀਂ ਨਹੀਂ ਨਾ ਬਾਜ ਆਓ ਜਿਹੜਾ ਦਰਬਾਰ ਸਾਹਿਬ ਤੇ ਤੁਸੀਂ ਅਟੈਕ ਕਰੋਗੇ ਤੇ ਫਿਰ ਲਿਹਾਜ਼ ਨਹੀਂ ਹੋਣਾ। ਤਾਂ ਅਸੀਂ ਅੱਗੇ ਚੂੜੀਆਂ ਨਹੀਂ ਪਾਈਆਂ, ਸੰਤ ਬਿਆਨ ਦੇ ਦਿੰਦੇ ਸੀ ਇਸ ਤਰ੍ਹਾਂ ਦਾ। ਤੁਸੀਂ 2 ਦਿਨ ਪਹਿਲਾਂ ਬਾਹਰ ਨਿਕਲੇ ਆ, ਤੁਸੀਂ ਦੱਸਿਆ, ਤੇ ਉਸ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਰਹੇ ਆ, ਤੇ ਉਸ ਸਮੇਂ ਦੌਰਾਨ ਤੁਸੀਂ ਕੀ ਕੁਝ ਦੇਖਿਆ ਉੱਥੇ? ਕਿਵੇਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ, ਕਿਵੇਂ ਦੀਆਂ ਤਿਆਰੀਆਂ ਹੋ ਰਹੀਆਂ ਸੀ ਕਿ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਉੱਥੇ ਮਿਲੇ ਆ? ਕਿਸ ਤਰੀਕੇ ਦੀਆਂ ਅੰਦਰ ਜਿਹੜੀਆਂ ਚੀਜ਼ਾਂ ਹੋ ਰਹੀਆਂ ਸੀ ਤੁਹਾਡੇ ਨਿਕਲਣ ਵੇਲੇ ਤੋਂ ਪਹਿਲਾਂ? ਸੰਤਾਂ ਦੇ ਨਾਲ ਰਹਿੰਦੇ ਰਹੇ ਆ, ਮਿਲਦੇ ਰਹੇ ਆ ਅਸੀਂ ਸੰਤਾਂ ਨੂੰ। ਸੰਤਾਂ ਦੇ ਜਿਹੜੇ ਸਿੰਘ ਮੋਰਚੇ ਮਾਰਚੇ ਵੀ ਜਿਨ੍ਹਾਂ ਨੇ ਬਣਾਏ ਸੀ ਬਾਹਰ ਉੱਤੇ ਸਾਰੇ, ਤੇ ਸੰਤਾਂ ਦੇ ਨਾਲ ਜਿਹੜੇ ਸਿੰਘ ਸੀ, ਜਥੇ ਦੇ ਸਿੰਘ ਹੀ ਸੰਤਾਂ ਦੇ ਨਾਲ। ਹੋਰ ਤਾਂ ਜਿਹੜੀ ਇਹਨਾਂ ਨੇ ਇੰਨੇ ਬੰਦੇ ਮਾਰੇ ਨੇ, ਇਹ ਤਾਂ ਸਾਰੇ ਯਾਤਰੀ ਮਾਰੇ ਆ ਜੀ। ਸੰਤਾਂ ਨਾਲ ਤਾਂ ਮੇਰੇ ਹਿਸਾਬ 'ਚ 60-70 ਸਿੰਘ ਹੋਣਗੇ ਸੰਤਾਂ ਦੇ, ਉਦੋਂ ਜ਼ਿਆਦਾ ਤਾਂ ਹੈ ਹੀ ਨਹੀਂ। ਸਿਰਫ ਤੁਸੀਂ ਕੀ ਤਿਆਰੀਆਂ ਦੇਖੀਆਂ ਅੰਦਰ ਹੁੰਦੀਆਂ? ਤੁਸੀਂ ਕਿੰਨੇ ਦਿਨ ਰਹੇ? 2 ਦਿਨ ਪਹਿਲਾਂ ਨਿਕਲੇ, ਉਦੋਂ ਪਹਿਲਾਂ ਕਿੰਨੇ ਦਿਨ ਤੁਸੀਂ ਦਰਬਾਰ ਸਾਹਿਬ 'ਚ ਰਹੇ ਆ? ਬਾਅਦ 'ਚ ਤਿਆਰੀ ਤਾਂ ਵੇਖੋ, ਜਿੱਦਣ ਮੈਂ ਨਿਕਲ ਕੇ ਆਇਆ ਉਦੋਂ ਬਾਅਦ ਹੀ ਤਿਆਰੀ ਹੋਈ ਆ। ਮੇਰੇ ਹੁੰਦਿਆਂ ਤਾਂ ਤਿਆਰੀ ਕੋਈ ਜਿਹੜੇ ਸਿੰਘ ਹਥਿਆਰ ਤੁਹਾਡੇ ਉੱਥੋਂ ਨਿਕਲਣ ਤੋਂ 2 ਦਿਨ ਬਾਅਦ ਦੇ ਵਿੱਚ ਸ਼ਹੀਦ ਹੁੰਦੇ ਆ ਸੰਤ ਜਰਨੈਲ ਸਿੰਘ? ਸੰਤ ਜਰਨੈਲ ਸਿੰਘ 5-6 ਦਿਨ ਮਗਰੋਂ ਸ਼ਹੀਦ ਹੁੰਦੇ ਆ। ਤੇ ਤੁਸੀਂ ਉਹ ਚੀਜ਼ ਹੋਣ ਤੋਂ 2 ਦਿਨ ਪਹਿਲਾਂ ਬਾਹਰ ਨਿਕਲਦੇ? ਮੈਂ ਤਾਂ ਜਦੋਂ ਅਟੈਕ ਹੁੰਦਾ ਨਾ ਉਦੋਂ 2 ਦਿਨ ਪਹਿਲੋਂ ਆ ਗਿਆ ਜੀ। ਤੇ ਤੁਸੀਂ ਵੇਖੋ ਵੀ 2 ਦਿਨ ਅਟੈਕ ਤੋਂ ਮੈਂ ਪਹਿਲੋਂ ਆ ਗਿਆ ਤੇ 5-6 ਦਿਨ ਲੜਾਈ ਹੁੰਦੀ ਰਹੀ ਉੱਥੇ। ਸੰਤ ਤਾਂ ਅਖੀਰਲੇ ਜਾ ਕੇ ਸ਼ਹੀਦ ਹੋਏ ਆ। ਸੰਤ ਤਾਂ ਅਖੀਰਲੇ ਸ਼ਹੀਦ ਹੋਏ ਜਾ ਕੇ। ਤੁਹਾਨੂੰ ਅੰਦਰ ਮਤਲਬ ਕੁਝ ਨਹੀਂ ਦੇਖਣ ਨੂੰ ਮਿਲਿਆ ਕਿ ਤਿਆਰੀ ਹੋ ਰਹੀ ਸੀ ਜਾਂ ਪ੍ਰਬੰਧ ਕੀਤੇ ਜਾ ਰਹੇ ਸੀ?
ਤਿਆਰੀ ਮੈਂ ਤਾਂ ਇਹੋ ਹੀ ਵੇਂਦਾ ਰਿਹਾ ਸਿੰਘਾਂ ਕੋਲ ਹਥਿਆਰ ਥੂਰ ਜਿਹੜੇ ਗਲ ਪਾਏ ਹੁੰਦੇ ਸੀ ਪਿਸਤੌਲ ਬੰਦੂਕਾਂ ਬਦਾਕਾਂ ਇਹ ਤਾਂ ਸਿੰਘਾਂ ਦੀ ਮੈਂ ਵੇਂਦਾ ਰਿਹਾ ਵੀ ਉਹਨਾਂ ਦੇ ਕੋਲ ਹੁੰਦੀਆਂ ਸੀ ਕੋਲੇ ਪਾਈਆਂ। ਤੁਸੀਂ ਕਿਵੇਂ ਬਾਹਰ ਆਏ? ਤੁਹਾਨੂੰ ਭੇਜਿਆ ਗਿਆ, ਤੁਹਾਨੂੰ ਕੁਝ ਪਤਾ ਸੀ ਜਾਂ ਤੁਸੀਂ ਕਿਸੇ ਕੰਮ ਦੀ ਵਜ੍ਹਾ ਕਰਕੇ ਨਿਕਲੇ? ਤੁਸੀਂ ਬਾਹਰ ਕਿਵੇਂ ਆਏ? ਮੈਂ ਤਾਂ ਨਾ ਕਿਤੇ ਕੁਜਰਤ ਸੀ, ਮੈਨੂੰ ਤਾਂ ਨਾ ਕਿਤੇ ਉਹ ਆਖਣ ਲੱਗੇ ਜਾਂ ਉਹਦੇ ਗੁਰਮਸੋਂ ਦੇ ਦਿਲ 'ਚ ਹੋਊ ਵੀ ਮੈਂ ਹੀ ਸਾਰਾ ਟੱਬਰ ਇੱਥੇ, ਮੈਥੋਂ ਛੋਟਾ ਵੀ ਉੱਥੇ ਸੀ ਜੀ, ਉਹ ਉੱਥੇ ਗ੍ਰੰਥੀ ਲੱਗਾ ਸੀ ਦਰਬਾਰ ਸਾਹਿਬ ਤੇ ਇਹ ਸੰਤਾਂ ਨਾਲ ਰਹਿੰਦਾ ਸੀ, ਮੈਂ ਹੀ ਪੱਠੇ ਤੱਥਾ ਪਾਉਣ ਵਾਲਾ ਹਾਂ ਘਰੇ ਜੀ। ਕੀ ਪਤਾ ਉਹਦੇ ਮਨ 'ਚ ਹੋਏ ਵੀ ਇਹ ਨਿਕਲ ਜਾਵੇ ਜਾਂ ਮੈਨੂੰ ਆਦਾ ਵੀ ਨਹੀਂ ਜਾ ਤੂੰ ਪਿੰਡ ਨੂੰ ਜਾ, ਤੂੰ ਜੇ ਲੋੜ ਪਊ ਤੇ ਫਿਰ ਆ ਜਾ ਜੇ। ਮੈਂ 2 ਦਿਨ ਪਹਿਲਾਂ ਆ ਗਿਆ। ਤੇ ਜਦੋਂ ਤੁਸੀਂ ਬਾਹਰ ਨਿਕਲਦੇ ਆ ਉਦੋਂ ਤੁਹਾਨੂੰ ਕੋਈ ਆਸ-ਪਾਸ ਦਿਖਿਆ ਫੌਜ ਦਾ ਕੁਝ ਪ੍ਰਬੰਧ ਹੁੰਦਾ ਜਾਂ ਕੁਝ? ਪ੍ਰਬੰਧ ਉਦੋਂ ਤਲਾਸ਼ੀ ਕਰਦੇ ਸੀ, ਫੌਜ ਸੀ ਬਾਹਰ? ਫੌਜ ਜਿਹੜੀ ਸੀ ਨਾ ਜਾਣਿਆ ਇੰਨੀ ਫੌਜ ਨਹੀਂ ਸੀ ਉਦੋਂ, ਜਾਣਿਆ ਮੇਰੇ ਆਉਣ ਤੋਂ ਬਾਅਦ ਹੀ ਰਾਤ ਅਗਲੇ ਦਿਨ ਫੌਜ ਆਈ ਬਹੁਤੀ। ਜਾਣਿਆ ਪੁਲਿਸ ਤਲਾਸ਼ੀ ਅੰਦਰ ਕਰਦੀ ਸੀ, ਜਿਹੜਾ ਬਾਹਰ ਬੰਦਾ ਆਉਂਦਾ ਮੇਰੀ ਆਪ ਤਲਾਸ਼ੀ ਕੀਤੀ ਉਹਨਾਂ ਨੇ। ਤੇ ਮੇਰੇ ਕੋਲੇ ਕੀ ਮੈਂ ਕਿਹੜਾ ਲੈ ਕੇ ਆਇਆ ਕੋ ਮੈਨੂੰ। ਤੁਹਾਨੂੰ ਇਹ ਅਜੀਬ ਨਹੀਂ ਲੱਗਿਆ ਵੀ ਇਹ ਇੱਕ ਗੁਰੂ ਘਰ ਆ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਸੰਗਤ ਜਾਂਦੀ ਆ ਔਰ ਵਾਪਸ ਆ ਜਾਂਦੀ, ਅੰਦਰੋਂ ਨਿਕਲਦਿਆਂ ਦੀ ਤਲਾਸ਼ੀ ਹੁੰਦੀ ਆ? ਇਹ ਤੁਸੀਂ ਇਹਦੇ ਲਈ ਪਹਿਲਾਂ ਹੀ ਤਿਆਰ ਸੀਗੇ ਜਾਂ ਤੁਹਾਨੂੰ ਅਜੀਬ ਨਹੀਂ ਲੱਗਿਆ ਵੀ ਇਹ ਕਿਉਂ? ਬਾਹਰੋਂ ਸਗੋਂ ਆਉਂਦੇ ਸੀ ਲੋਕ, ਹਾਂ, ਜਿਹੜੇ ਅੰਦਰੋਂ ਜਾਂਦੇ ਸੀ ਨਾ ਉਹਨਾਂ ਦੀ ਤਲਾਸ਼ੀ ਲੈਂਦੇ ਸੀ। ਅੱਛਾ, ਕੀ ਪੁੱਛਿਆ ਗਿਆ ਤੁਹਾਨੂੰ? ਮੈਨੂੰ ਤਾਂ ਨਹੀਂ ਪੁੱਛਿਆ ਨਹੀਂ ਕੁਛ ਵੀ, ਉਹਨਾਂ ਨੇ ਤਲਾਸ਼ੀ ਲਈ ਵੀ ਤੇਰੇ ਕੋਲ ਤਾਂ ਨਹੀਂ ਕੁਛ। ਮੈਂ ਕਿਹਾ ਨਹੀਂ ਮੇਰੇ ਕੋਲ ਤਾਂ ਕੁਛ ਨਹੀਂ, ਕਿਰਪਾਨ ਹੀ ਸੀ ਮੇਰੇ ਕੋਲ ਕੱਲੀ ਜੀ, ਹੋਰ ਨਹੀਂ ਮੈਨੂੰ ਕੁਛ ਵੀ ਆਖਿਆ ਗਿਆ। ਤੁਸੀਂ ਤੁਹਾਡੀ ਉਮਰ ਤਕਰੀਬਨ ਮੈਂ ਨੋਟ ਕਰ ਰਹੀ ਸੀ 79 ਕੁ ਸਾਲ ਦੀ ਆ। ਤੁਸੀਂ ਦੱਸਿਆ ਵੀ 47 ਵੇਲੇ ਮੈਨੂੰ ਕੁਝ ਸੁਰਤ ਸੀਗੀ, ਉਸ ਤੋਂ ਬਾਅਦ 84, ਇਹਦੇ ਵਿੱਚ ਵੀ ਕਿੰਨਾ ਕੁਛ। ਅਸੀਂ ਆਮ ਹੀ ਸਾਨੂੰ ਸੁਣਨ ਨੂੰ ਮਿਲਦਾ ਜਾਂ ਕਿਹਾ ਜਾਂਦਾ ਵੀ ਸਿੱਖ ਕੌਮ ਦੇ ਨਾਲ ਹਮੇਸ਼ਾ ਤੋਂ ਸਰਕਾਰਾਂ ਨੇ ਵਿਤਕਰਾ ਕੀਤਾ। ਇਹ ਉਹੀ ਸਿੱਖ ਕੌਮ ਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 70 ਤੋਂ 80% ਦੇ ਤਕਰੀਬਨ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਹੋਈਆਂ ਹੈ ਨਾ। ਹਰ ਇੱਕ ਚੀਜ਼ ਦੇ ਵਿੱਚ ਪੰਜਾਬੀ ਮੂਹਰੇ ਵੱਧ ਚੜ ਕੇ ਹਿੱਸਾ ਲੈਂਦੇ ਆ। ਕੀ ਫਰਕ ਲੱਗਦਾ? ਪਹਿਲਾਂ 47 ਦੇਖੀ ਆ, ਉਦੋਂ ਵੀ ਦੇਸ਼ ਦਾ ਨਹੀਂ ਕਹਿ ਸਕਦੇ, ਪੰਜਾਬ ਦੇ 2 ਟੁਕੜੇ ਹੋਏ ਆ, ਔਰ ਉਸ ਤੋਂ ਬਾਅਦ 84 ਦੇ ਵਿੱਚ ਵੀ ਇਹਨਾਂ ਹੀ ਜਿਹੜੀ ਸਿੱਖ ਕੌਮ ਦੇ ਮਗਰ ਪੈ ਜਾਂਦੇ ਆ, ਜਿਹੜੀ ਕਿ 80% ਜਿਹੜੀ ਸ਼ਹੀਦੀਆਂ ਵਾਲੀ ਆ। ਫਰਕ ਕੀ ਮਹਿਸੂਸ ਹੁੰਦਾ ਉਦੋਂ ਦੀਆਂ ਸਰਕਾਰਾਂ ਦਾ, ਉਸ ਤੋਂ ਬਾਅਦ 84, ਉਸ ਤੋਂ ਬਾਅਦ ਦਿੱਲੀ ਸਿੱਖ ਕਤਲੇਆਮ? ਫਰਕ ਇਉਂ ਹੀ ਆਇਆ ਜੀ। ਫਰਕ ਤੁਸੀਂ ਵੇਖੋ ਵੀ ਅੱਛਾ ਦਰਬਾਰ ਸਾਹਿਬ ਦੇ ਜਿਹੜਾ ਇਹਨਾਂ ਅਟੈਕ ਕੀਤਾ, ਇਹ ਘੇਰਾ ਪਾ ਕੇ ਬਹਿ ਸਕਦੇ 10-20 ਦਿਨ, ਮਹੀਨਾ, 2 ਮਹੀਨੇ, 4 ਮਹੀਨੇ ਘੇਰਾ ਪਾ ਕੇ ਬਹਿ ਸਕਦੇ। ਤੇ ਇਹ ਥੋੜਾ ਤੋਹਫਾ ਨਾ ਡਾ ਦਿਓ ਤੇ ਇਹ ਕੋਈ ਸਰਕਾਰ ਥੋੜੀ ਸੀ ਅਗਲੇ ਬੰਨੇ। ਅਕਾਲ ਤਖ਼ਤ ਨੂੰ ਡਾ ਦਿਓ, ਦਰਬਾਰ ਸਾਹਿਬ ਨੂੰ ਡਾ ਦਿਓ, ਤੋਹਫਾ ਨਾਲ ਸਿੰਘ ਡਾ ਦਿਓ, ਸੰਗਤ ਡਾ ਦਿਓ। ਤੇ ਇਹ ਤਾਂ ਵਿਤਕਰਾ ਤੁਹਾਨੂੰ ਦੱਸੋ ਨਹੀਂ ਰਿਹਾ ਵੀ ਇਹ ਵੱਡਾ ਵਿਤਕਰਾ ਸਾਡੇ ਨਾਲ ਹੋਇਆ ਸਿੱਖਾਂ ਨਾਲ। ਇਹਦੋਂ ਵੱਡਾ ਤਾਂ ਵਿਤਕਰਾ ਹੋਰ ਹੋ ਵੀ ਨਹੀਂ ਸਕਦਾ ਕੋਈ ਵੀ ਜੀ। ਇਹਨਾਂ ਨੇ ਜੇ ਸੰਤ ਨੂੰ ਫੜਨਾ ਸੀ, ਸੰਤ ਨੂੰ ਨਾ ਕਿਤੇ ਹੋਰ ਕਈ ਤਰੀਕੇ ਫੜਨ ਦੇ ਵੀ ਹੈਗੇ ਸੀ। ਇਹ ਥੋੜਾ ਤੋਹਫਾ ਨਾਲ ਹੀ ਫੜਿਆ ਜਾਣਾ ਸੀ। ਕੀ ਲੱਗਦਾ ਹੈ ਕਿ ਜੇ ਹੋਰ ਤਰੀਕੇ ਨਾ ਅਪਣਾ ਕੇ ਸਰਕਾਰ ਇਸ ਤਰੀਕੇ ਦੇ ਨਾਲ ਕਹਿ ਸਕਦੇ ਵੀ ਮੌਤ ਦਾ ਨੰਗਾ ਨਾਚ ਨੱਚਦੀ ਆ ਉੱਥੇ, ਆਮ ਜਿਹੜੇ ਮਾਸੂਮ ਲੋਕ ਹੈਗੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਇੱਕ ਗੁਰੂ ਘਰ ਦੀ ਭੰਨ ਤੋੜ ਕੀਤੀ ਜਾਂਦੀ ਆ, ਬੇਅਦਬੀ ਕੀਤੀ ਜਾਂਦੀ ਆ, ਔਰ ਉਸ ਤੋਂ ਬਾਅਦ ਜਿਹੜੇ ਸ਼ਹੀਦ ਹੋ ਚੁੱਕੇ ਆ ਉਹਨਾਂ ਦੀਆਂ ਲਾਸ਼ਾਂ ਦੀ ਨਰਾਦਰੀ ਕੀਤੀ ਜਾਂਦੀ ਆ, ਤੁਸੀਂ ਕਹਿਣਾ ਕੀ ਚਾਹੁੰਦੇ ਆ ਵੀ ਇਹ ਸਿਰਫ ਉਹਨਾਂ ਨੂੰ ਫੜਨ ਦਾ ਇੱਕ ਤਰੀਕਾ ਸੀ ਜਾਂ ਕੋਈ ਹੋਰ ਸੁਨੇਹਾ ਸਰਕਾਰ ਇਹਦੇ ਵਿੱਚ ਦੀ ਦੇਣਾ ਚਾਹੁੰਦੀ ਸੀ ਲੋਕਾਂ ਨੂੰ? ਸਰਕਾਰ ਹਮੇਸ਼ਾ ਹੀ ਇਹ ਵੇਖੋ ਜੀ, ਇਹਨਾਂ ਨੇ ਪਹਿਲੋਂ ਵੀ ਸੁਣੀਆਂ ਹੀ ਇਹਨਾਂ ਗੱਲਾਂ, ਅਸੀਂ ਵੇਖਿਆ ਤਾਂ ਨਹੀਂ ਐਵੇਂ ਹੁਣ ਅਸੀਂ ਆਖੀਏ ਵੀ ਅਸੀਂ ਵੇਖਿਆ। ਇਹ ਪਹਿਲੋਂ ਕਿਤੇ ਬਾਹਰ ਦਰਬਾਰ ਸਾਹਿਬ ਦੇ ਬਣਾ ਕੇ, ਦਰਬਾਰ ਸਾਹਿਬ ਫੋਟੋਆਂ ਬਣਾ ਕੇ ਤੇ ਉਹਨੂੰ ਨਿਸ਼ਾਨੇ ਲਾ ਵੇਂਦੇ ਸੀ ਵੀ ਆਪਾਂ ਦਰਬਾਰ ਸਾਹਿਬ ਨੂੰ ਗੋਲੀ ਨਹੀਂ ਲੱਗਣ ਦੇਣੀ। ਇਹਨਾਂ ਦੀ ਪਹਿਲੋਂ ਤੋਂ ਲੈ ਕੇ ਹੈਗੀ ਸਰਕਾਰ ਦੀ ਜੀ। ਇਹਨਾਂ ਇੱਧਰ ਕਿਤੇ ਦੱਸਦੇ ਬਾਹਰ ਇਹਨਾਂ ਬਣਾਇਆ ਸੀ ਕਿਤੇ, ਮੈਨੂੰ ਹੁਣ ਉਹ ਥਾਂ ਦਾ ਨਹੀਂ ਗਾ ਪਤਾ ਵੀ ਜੀ, ਤੇ ਨਾ ਅਸੀਂ ਇੰਨੇ ਕੋ ਪੜ੍ਹੇ ਹੀ ਆ। ਇਹ ਪਹਿਲੋਂ ਵੀ ਉੱਥੇ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਰਹੇ ਫੌਜ ਨੂੰ, ਤੇ ਇਹਨਾਂ ਦੀ ਨੀਤੀ ਹੈਗੀ ਸੀ ਤੇ ਦਿੰਦੇ ਰਹੇ ਜੀ। ਸੰਤਾਂ ਨੂੰ ਤਾਂ ਇਸ ਗੱਲ ਦਾ ਨਹੀਂ ਸੀ ਨਾ ਵੀ ਮੈਨੂੰ ਨਾ ਕਿਤੇ ਇਹਨਾਂ ਦਰਬਾਰ ਸਾਹਿਬ ਤੇ ਅਟੈਕ ਕਰ ਲੈਣਾ ਜਾਂ ਇਹਨਾਂ ਨੇ ਨਾ ਕਿਤੇ, ਉਹ ਤਾਂ ਬੈਠੇ ਹੀ ਸੀ ਵੀ ਠੀਕ ਹੈ ਨਾ ਕਿਤੇ ਉੱਥੋਂ। ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਦੇ ਆ, ਉਹ ਇਹ ਸਬੂਤ ਸਾਹਮਣੇ ਆ ਚੁੱਕਿਆ ਵੀ ਉਹਨਾਂ ਦੀ ਪਹਿਲੋਂ ਹੀ ਘੜੀ ਹੋਈ ਸੋਚੀ ਸਮਝੀ ਰਣਨੀਤੀ ਸੀ, ਪਲੈਨਿੰਗ ਕਰਕੇ ਪ੍ਰੈਕਟਿਸ ਕਰਕੇ ਉਹ ਫਿਰ ਆਉਂਦੇ ਆ। ਪਰ ਜਦੋਂ ਮੂਹਰਿਓਂ
ਇੰਨਾ ਕਹਿ ਸਕਦੇ ਹਾਂ ਕਿ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਦਾ ਕਿ ਫੌਜ ਦੇ ਪੈਰ ਹੀ ਨਹੀਂ ਲੱਗਣ ਦਿੱਤੇ ਗਏ 3-4 ਦਿਨ, ਔਰ ਅੰਦਰੋਂ ਇੰਨੀ ਤਿਆਰੀ ਦੇ ਨਾਲ ਸਾਹਮਣਾ ਕੀਤਾ ਜਾ ਰਿਹਾ, ਤੇ ਫਿਰ ਇਹ ਸ਼ੰਕੇ ਵੀ ਖੜੇ ਹੋ ਗਏ ਵੀ ਇਹ ਵੀ ਤਿਆਰੀ ਕਰ ਰਹੇ ਸੀ। ਤਿਆਰੀ ਇਹ ਨਹੀਂ ਕਰ ਰਹੇ ਜੀ, ਤਿਆਰੀ ਅਸਲ ਤੇ ਪਤਾ ਕੀ ਹੋਇਆ, ਜਿਹੜੇ ਫੌਜੀ ਸੀ ਨਾ ਸਿੱਖ ਵੀ ਜਾਂ ਨਾਗੀ ਦੇ ਸੰਤਾਂ ਨੂੰ ਸਿਉਂ ਰੱਖਦੇ ਰਹੇ ਆ, ਉਹ ਵੀ ਇਹਨਾਂ ਦੇ ਉਲਟ ਹੋ ਗਏ ਫੌਜ ਦੇ ਜੀ। ਉਹਨਾਂ ਵੀ ਨਾਗੀ ਦੇ ਮੁੜ ਕੇ ਲਿਹਾਜ਼ ਨਹੀਂ ਕੀਤਾ, ਉਹ ਜਾਂ ਪੁਲਿਸ ਵਾਲੇ ਗਿਣ ਲਓ ਜਾਂ ਜਿਹੜੇ ਕੋਈ ਫੌਜੀ ਸਿੱਖ ਸੀ ਜੀ, ਅਸਕਰ ਵਿੱਚ ਸਿੱਖ ਵੀ ਹੋਣਗੇ ਹੀ, ਕਿਉਂ ਸਾਨੂੰ ਤਾਂ ਉਹ ਮੌਕੇ ਨਹੀਂ ਨਾ ਪਤਾ, ਨਾ ਤੁਹਾਨੂੰ ਪਤਾ ਨਾ ਸਾਨੂੰ ਪਤਾ ਜੀ। ਇਹ ਨਿਰਾ ਨਾਗੀ ਦੇ ਜਿਹੜੇ ਅੰਦਰੋਂ ਤਾਂ ਨਹੀਂ, ਇਹਨਾਂ ਨੇ ਵਿੱਚ ਵੀ ਇਹਨਾਂ ਦੇ ਨਾਲ ਕੋਨੋਂ ਕੋ ਇਹਨਾਂ ਨੂੰ ਮਿਲਿਆ ਵਿੱਚੋਂ, ਤੇ ਫੇਰ ਹੀ ਇਹਨਾਂ ਦਾ ਬਹੁਤਾ ਨੁਕਸਾਨ ਫੌਜ ਦਾ ਹੋਇਆ। ਸਿੱਖ ਫੌਜ ਸਿੱਖ ਕੋਈ ਵੀ ਹੈ, ਜੇ ਹੁਣ ਇੰਦਰਾ ਨੂੰ ਮਾਰਿਆ ਤੇ ਸਿੱਖਾਂ ਨੇ ਇਸੇ ਕਰਕੇ ਮਾਰਿਆ, ਦਰਬਾਰ ਸਾਹਿਬ ਦੇ ਅਟੈਕ ਕਰਕੇ ਹੀ। ਉਹਨਾਂ ਨੂੰ ਇਹੋ ਗੁੱਸਾ ਸੀ ਨਾ ਵੀ ਇਹਨੇ ਦਰਬਾਰ ਸਾਹਿਬ ਦੇ ਅਟੈਕ ਕੀਤਾ ਜੀ, ਤੇ ਵਿੱਚੋਂ ਹੀ ਮਾਰਤਾ ਨਾ, ਉਹਦੇ ਬਾਡੀਗਾਰਡ ਨੇ ਹੀ ਮਾਰਤਾ। ਤੇ ਇਹਨਾਂ ਨੂੰ ਫੌਜ ਨੂੰ ਵੀ ਇਸ ਤਰ੍ਹਾਂ ਹੀ ਹੋਇਆ, ਵਿੱਚੋਂ ਇਹਨਾਂ ਨੂੰ ਨਾਗੀ ਦੇ ਇਹਨਾਂ ਦੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਕੁਛ ਤਾਂ ਅਗਲੇ ਬੰਨੇ ਉਹ ਹੀ, ਕੁਛ ਇਹਨਾਂ ਨੂੰ ਵਿੱਚੋਂ ਮਾਰ ਪੈ ਗਈ, ਆਪੇ ਇਹਨਾਂ ਦੇ ਬੰਦੇ ਜ਼ਿਆਦੇ ਮਰ ਗਏ। ਹਰੀ ਸਿੰਘ ਜੀ, ਜਿਸ ਤਰੀਕੇ ਦੇ ਨਾਲ ਉਹ ਇੱਕ ਸਮਾਂ ਬੀਤਿਆ, ਹਾਂਜੀ, ਉਸ ਤੋਂ ਬਾਅਦ ਇਹ ਚੀਜ਼ਾਂ ਕਰਨ ਦੇ ਬਾਵਜੂਦ ਫਿਰ ਅਸੀਂ ਪਹਿਲਾਂ ਵੀ ਕਿਸੇ ਨਾਲ ਗੱਲ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਇੱਥੇ ਕੁਝ ਨਹੀਂ ਹੋਇਆ, ਇੱਥੇ ਕਿਸੇ ਵੀ ਸਿੱਖ ਨੇ ਹਿੰਦੂ ਨੂੰ ਕਿਸੇ ਨੂੰ ਘਰ ਚੋਂ ਬਾਹਰ ਕੱਢ ਕੇ ਗੋਲੀਆਂ ਮਾਰ ਕੇ ਨਹੀਂ ਉਡਾਇਆ। ਪਰ ਜਦੋਂ ਇਹ ਚੀਜ਼ ਹੋ ਜਾਂਦੀ ਹੈ, ਇੰਦਰਾ ਗਾਂਧੀ ਨੂੰ ਮਾਰ ਦਿੱਤਾ ਜਾਂਦਾ, ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਨਿਹੱਥੇ ਸਿੱਖਾਂ ਨੂੰ ਬਾਹਰ ਕੱਢ ਕੇ ਕਿੰਨਾ ਕਹਿ ਸਕਦੇ ਹਾਂ ਕਿ ਉਹ ਵੀ ਇੱਕ ਭਿਆਨਕ ਇੱਕ ਦ੍ਰਿਸ਼ ਆ ਸਾਡੇ ਸਾਹਮਣੇ ਆਉਂਦੇ, ਉਹ ਵੀ ਇੱਕ ਅੱਲੇ ਜ਼ਖਮ ਆ ਜਿਨ੍ਹਾਂ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ। ਤੇ ਹੁਣ ਵੀ ਜਿਸ ਤਰੀਕੇ ਨਾਲ ਦਿੱਲੀ ਸਾਡੇ ਲੋਕ ਬੈਠੇ ਹੋਏ ਆਪਣੇ ਹੱਕਾਂ ਦੇ ਲਈ, ਇਹ ਉਹੀ ਕੌਮ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਬੱਚੇ ਇਸ ਵਕਤ ਫੌਜ ਦੇ ਵਿੱਚ ਆ, ਪੰਜਾਬੀਆਂ ਦੇ ਬੱਚੇ ਸਭ ਤੋਂ ਜ਼ਿਆਦਾ ਫੌਜ ਦੇ ਵਿੱਚ ਆ, ਔਰ ਸ਼ਹੀਦੀਆਂ ਪਾ ਕੇ ਉਹਨਾਂ ਦੀਆਂ ਲਾਸ਼ਾਂ ਘਰਾਂ ਦੇ ਵਿੱਚ ਆਉਂਦੀਆਂ ਹੈਗੀਆਂ, ਕੱਲਾ ਬੱਚਾ ਫੌਜ ਦੇ ਵਿੱਚ ਸੇਵਾ ਕਰ ਰਿਹਾ। ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਉਸ ਵੇਲੇ ਵੀ ਤੇ ਹੁਣ ਵੀ ਅੱਤਵਾਦੀ, ਵੱਖਵਾਦੀ, ਨਕਸਲਵਾਦੀ ਕਿਉਂ ਕਹਿ ਦਿੱਤਾ ਜਾਂਦਾ ਆਸਾਨੀ ਨਾਲ? ਅਸਲ ਤੇ ਗੱਲ ਹੈ ਜੀ, ਇਸ ਕੌਮ ਨਾਲ ਧੱਕਾ ਹੀ ਹੋ ਰਿਹਾ ਜੀ। ਇਹ ਹਿੰਦੂ ਕੌਮ ਜਿਹੜੀ ਹੈ ਨਾ, ਇਹ ਵਿਤਕਰਾ ਰੱਖਦੀ ਹੈ, ਰੱਖਣਾ ਨਹੀਂ ਚਾਹੀਦਾ। ਕਿਉਂ? ਅਸੀਂ ਵੀ ਪੰਜਾਬ ਦੇ ਆ, ਹਿੰਦੁਸਤਾਨ ਦੇ ਆ, ਉਹ ਵੀ ਹਿੰਦੁਸਤਾਨ ਦੇ ਆ, ਇੱਕੋ ਸਾਡਾ ਜੇ ਫੌਜ ਹੈ ਸਾਡੀ ਸਾਂਝੀ ਹੈ ਜੀ। ਜੇ ਸਾਡਾ ਕੋਈ ਲੰਗਰ ਪਾਣੀ ਆ ਜਾਂ ਕੋਈ ਵੀ ਆ ਜਾਂ ਸਾਡੇ ਮੰਤਰੀ ਆ, ਸਾਂਝੇ ਨੇ ਸਾਰੇ, ਵੱਖਰੇ ਤਾਂ ਹੈ ਨਹੀਂ ਗੇ। ਇਹ ਵਿਤਕਰਾ ਤਾਂ ਇਹ ਸਰਕਾਰ ਕਰਦੀ ਹੈ, ਇਹ ਤਾਂ ਦੱਸਣ ਨਹੀਂ ਰਿਹਾ ਤੁਹਾਨੂੰ। ਕਿਉਂ ਇੰਨੀ ਆਸਾਨੀ ਨਾਲ ਇਹਨਾਂ ਲੋਕਾਂ ਨੂੰ ਅੱਤਵਾਦੀ ਕਹਿ ਦਿੱਤਾ ਜਾਂਦਾ? ਇਹਨਾਂ ਜਾਣ ਕੇ ਕਹਿੰਦੇ ਨੇ ਵੀ ਨਾਗੀ ਦੇ, ਇਹ ਜਦੋਂ ਸੱਚੀ ਗੱਲ ਕਹਿੰਦੇ, ਹੁਣ ਸੰਤ ਜਰਨੈਲ ਸਿੰਘ ਦਾ ਇਹੋ ਹੀ ਸੀ, ਉਹ ਸੱਚੀ ਗੱਲ ਅਗਲੇ ਬੰਨੇ ਕਹਿੰਦਾ ਸੀ, ਤੁਸੀਂ ਸਾਡੇ ਬੰਦੇ ਨਾ ਮਾਰੋ, ਪੁਲਿਸ ਨੂੰ ਨਾ ਮਾਰੋ, ਅਸੀਂ ਤੁਹਾਡੇ ਫਿਰ ਮਾਰਾਂਗੇ ਜੀ। ਵੇਖੋ ਇਹਦੇ ਵਿੱਚ ਜੋ ਤੁਸੀਂ ਮੇਰੇ ਸਿਰ 'ਚ ਕੁਛ ਮਾਰ ਡਏ ਜੇ, ਤੇ ਦੂਜੇ ਅੱਗੋਂ ਫਿਰ ਮੈਂ ਵੀ ਮਾਰਨਾ ਹੀ ਆ। ਇਹ ਤਾਂ ਇਹੋ ਸੰਤਾਂ ਦਾ ਗੁੱਸਾ ਹੈ ਇਹਨਾਂ ਨੂੰ ਵੀ ਇਹ ਅੱਗੋਂ ਆਕੜਦਾ ਕਿਉਂ ਆ? ਤੇ ਸੱਚੀ ਗੱਲ ਤੇ ਆਕੜ ਨਹੀਂ ਹੁੰਦਾ, ਕਿਸੇ ਨੂੰ ਝੂਠੇ ਨੂੰ ਸੱਚੀ ਆਖੀਏ ਤੇ ਉਹਨੇ ਆਖਣਾ ਮੇਰੇ ਅੱਗੇ ਆਕੜਦਾ ਹੈ। ਇਹ ਸਿਰਫ ਦੁੱਖ ਇਹੋ ਹੀ ਸੀ ਇਹਨਾਂ ਨੂੰ ਵੀ ਇਹ ਸੱਚੀ ਗੱਲ ਕਿਉਂ? ਉਹ ਸੱਚੀ ਗੱਲ ਕਰਦੇ ਸੀ, ਉਹ ਸੰਤ ਸੀ, ਉਹ ਕਿਸੇ ਦੇ ਭੈ 'ਚ ਹੈਗੇ ਨਹੀਂ ਵੀ ਕਿਸੇ ਤੋਂ ਨਾ ਕਿਤੇ। ਉਹ ਆਂਦੇ ਸੀ ਵੀ ਨਹੀਂ, ਕੌਮ ਦਾ ਕੰਮ ਹੈ, ਅਸੀਂ ਠੀਕ ਹੈ, ਸਾਨੂੰ ਮਰਨਾ ਮਨਜ਼ੂਰ ਹੈ ਸਾਨੂੰ। ਜਿਹੜੀ ਨਵੀਂ ਪੀੜ੍ਹੀ ਆ, ਹੁਣ ਨਵੀਂ ਪੀੜ੍ਹੀ ਦੇ ਵਿੱਚ ਬਹੁਤ ਜ਼ਿਆਦਾ ਕਰੇਜ਼ ਦੇਖਣ ਨੂੰ ਮਿਲਦਾ। ਉਹ ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਆਪਣੀਆਂ ਗੱਡੀਆਂ ਤੇ ਲਾ ਕੇ ਫਿਰਦੇ ਆ, ਖਾਸ ਤੌਰ ਤੇ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਲਾ ਕੇ ਚੱਲਦੇ ਆ। ਤੁਹਾਡੇ ਅਨੁਸਾਰ ਕੀ ਲੱਗਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਇਸ ਤਰੀਕੇ ਨਾਲ ਮਾਣ ਦੇਣ ਦੀ ਲੋੜ ਆ, ਜਾਂ ਉਹਨਾਂ ਦੇ ਬਾਰੇ 'ਚ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਤੌਰ ਤੇ ਜਾਣ ਕੇ ਉਹਨਾਂ ਤੇ ਅਮਲ ਕਰਨਾ ਚਾਹੀਦਾ ਨੌਜਵਾਨਾਂ ਨੂੰ? ਅਮਲ ਇਸ ਤਰ੍ਹਾਂ ਕਰਨਾ ਚਾਹੀਦਾ ਜੀ। ਇੱਧਰ ਵੇਖੋ, ਇਹ ਜਿਹੜੀ ਨਾ ਭਾਜਪਾ, ਇਹਨੇ ਸੰਤਾਂ ਦੀ ਫੋਟੋ ਦਾ ਵੀ ਅਟੈਕ ਕਰਨਾ। ਵੀ ਜਦੋਂ ਫੋਟੋ ਦਰਬਾਰ ਸਾਹਿਬ ਲੱਗਣ ਲੱਗੀ ਸੀ, ਉਦੋਂ ਵੀ ਇਹਨੇ ਆਖਿਆ ਵੀ ਨਹੀਂ ਲੱਗਣੀ ਚਾਹੀਦੀ ਜੀ। ਜੇ ਲੋਕ ਫੋਟੋਆਂ ਲਾਉਂਦੇ ਸੀ ਤੇ ਪਾੜਨ ਪਏ ਇੱਕ ਦੋ ਵਾਰ, ਉਹ ਜਿੱਦ ਨਾਲ ਲੋਕ ਲਾਉਂਦੇ ਨੇ ਵੀ ਅਸੀਂ, ਜੇ ਤੁਸੀਂ ਸਾਨੂੰ ਡੱਕਦੇ ਜੇ ਤਾਂ ਅਸੀਂ ਸਗੋਂ ਲਾਉਣੀ। ਨਹੀਂ, ਕੀ ਫੋਟੋਆਂ ਲਾ ਲੈਣਾ ਹੀ ਕਾਫੀ ਆ ਉਹਨਾਂ ਨੂੰ ਯਾਦ ਕਰਨ ਦੇ ਲਈ, ਜਾਂ ਉਹਨਾਂ ਦੀਆਂ ਚੀਜ਼ਾਂ ਨੂੰ ਸਮਝਣਾ ਜ਼ਰੂਰੀ ਹੈ? ਫੋਟੋਆਂ ਦਾ ਇਹੋ ਹੀ ਉਹਨਾਂ ਵੀ ਜਦੋਂ ਜਿੱਦ ਹੀ ਹੋ ਗਈ, ਉਹ ਆਂਦੇ ਵੀ ਅਸੀਂ ਨਾ ਲਾਓ ਤੁਸੀਂ, ਅਸੀਂ ਉਹ ਵੈਰ ਰੱਖਦੇ ਨੇ। ਤੇ ਉਹ ਜਿਹੜੇ
ਉਹਨਾਂ ਦੇ ਪ੍ਰੇਮੀ ਨੇ ਉਹਨੇ ਅਸੀਂ ਲਾ ਕੇ ਵੇਖਾਂਗੇ, ਤੁਸੀਂ ਸਾਨੂੰ ਡੱਕ ਕੇ ਵੇਖਿਆ ਜੇ। ਲੈ ਆਇਓ ਗੱਲ ਹੈ, ਹੋਰ ਇਹਦੇ ਚ ਕੀ ਹੈ। ਹੋਰ ਫੋਟੋ ਉਹਨਾਂ ਦਾ, ਫੋਟੋਆਂ ਸਾਡੇ ਘਰ ਵੀ ਲੱਗੀਆਂ ਹੀ ਨੇ, ਦਰਬਾਰ ਸਾਹਿਬ ਵੀ ਲੱਗੀਆਂ ਹੀ ਨੇ। ਚਲੋ ਲਾਈ ਜਾਣ ਲੋਕ, ਹੋਰ ਵੀ ਲੱਗੇ ਲਾਈ ਜਾਂਦੇ। ਜੇ ਲੋਕ ਸੱਚੀ ਉਹਨਾਂ ਨੂੰ ਸ਼ਹੀਦ ਮੰਨਦੇ, ਜੇ ਲੋਕਾਂ ਨੂੰ ਲੱਗਦਾ ਕਿ ਸੱਚਮੁੱਚ ਸਾਡੇ ਸ਼ਹੀਦ ਆ, ਸਾਡੇ ਵੱਡੇ, ਔਰ ਉਹਨਾਂ ਨੇ ਸਾਡੇ ਹੱਕਾਂ ਦੇ ਲਈ ਸਾਰਾ ਕੁਝ ਕੀਤਾ, ਹਾਂਜੀ, ਫਿਰ ਕੀ ਸਿਰਫ ਫੋਟੋਆਂ ਲਾ ਕੇ ਹੀ ਉਹਨਾਂ ਨੂੰ ਵਧੀਆ ਸ਼ਰਧਾਂਜਲੀ ਹੈ, ਜਾਂ ਕੁਝ ਹੋਰ ਕਰਨਾ ਚਾਹੀਦਾ ਸਾਨੂੰ? ਕਰਨਾ ਤਾਂ ਵੇਖੋ, ਜੇ ਉਹ ਉਹਨਾਂ ਨੇ ਉਹ ਇਹ ਨਹੀਂ ਫੋਟੋਆਂ ਦਾ, ਉਹ ਵੀ ਨਹੀਂ ਆਂਦੇ ਵੀ ਮੇਰੀ ਲਾਓ। ਉਹਨਾਂ ਦੇ ਅੰਮ੍ਰਿਤ ਛਕੋ ਜੀ, ਕਿਰਪਾਨ ਪਾਓ, ਸਿੱਖ ਬਣੋ। ਉਹ ਤਾਂ ਇਹ ਚੀਜ਼ ਆਂਦੇ ਸੀ। ਇਹ ਤਾਂ ਉਹ ਤਾਂ ਆਂਦੇ ਹੀ ਨਹੀਂ ਵੀ ਮੇਰੀ ਫੋਟੋ ਲਾਓ, ਜਾਂ ਉਹ ਤਾਂ ਸੰਤ ਵੀ ਨਹੀਂ ਆਂਦੇ। ਉਹਨਾਂ ਨੂੰ ਲੋਕੀ ਆਂਦੇ ਸੰਤ ਜੀ ਹੈ, ਤੇ ਉਹਨੇ ਮੈਨੂੰ ਸੰਤ ਦਾ ਕਿਹਨੇ ਕਿਤਾਬ ਦਿੱਤਾ? ਮੈਂ ਸੰਤ ਹੈ ਹੀ ਨਹੀਂ ਗਾ, ਮੈਂ ਤਾਂ ਇੱਕ ਸਿੱਖ ਹਾਂ। ਜਾਂਦੇ ਜਾਂਦੇ ਚਾਨਣਾ ਚਾਹੁੰਦੀ ਹਾਂ, ਤੁਹਾਡੇ ਘਰ ਚੋਂ ਕਿੰਨੀਆਂ ਸ਼ਹੀਦੀਆਂ ਜਿਹੜੀਆਂ ਸਿੱਖ ਕੌਮ ਦੇ ਲਈ? ਸਾਡੇ ਘਰ ਚੋਂ ਸ਼ਹੀਦੀਆਂ ਹੋਈਆਂ ਜੀ, ਲਿਖ ਲਓ ਭਾਵੇਂ। ਜੀ ਜੀ। ਮਰੀਕ ਸਿੰਘ, ਸੰਤਾਂ ਦਾ ਮੁੰਡਾ, ਸੰਤ ਕਰਤਾਰ ਸੋਹਣਾ ਦਾ। ਜੀ, ਤੁਹਾਡੇ ਉਹ ਰਿਸ਼ਤੇਦਾਰ ਸੀਗੇ? ਸਾਡੇ ਚਾਚੇ ਲੱਗਦੇ ਸੀ ਸੰਤ ਕਰਤਾਰ ਸੋਹਣੀ ਜਿਹੜੇ। ਜੀ ਜੀ ਜੀ। ਅੱਛਾ, ਇੱਕ ਉਹਨਾਂ ਦਾ ਦਦਾਰ ਸੋਹ ਦਾ ਮੁੰਡਾ ਬਲਜਿੰਦਰ ਸੋਹ ਜੀ, ਦੋ ਉਹਨਾਂ ਦੇ ਪਰਿਵਾਰ ਚ ਸ਼ਹੀਦ ਹੋਏ। ਉਹ ਕੌਣ ਸੀ ਤੁਹਾਡੇ? ਉਹ ਵੀ ਸਾਡੇ ਚਾਚੇ ਲੱਗਦੇ ਸੀ ਜੀ। ਉਹ ਸੰਤ ਕਰਤਾਰ ਸੋਹ ਦੇ ਭਰਾ ਸੀ, ਉਹਦਾ ਮੁੰਡਾ ਹੋਇਆ। ਦੋ ਸੰਤਾਂ ਦੇ ਪਰਿਵਾਰ ਦੇ ਸ਼ਹੀਦ ਹੋਏ ਜੀ। ਇੱਕ ਸਾਡਾ ਗੁਰਮੁਖ ਸਿੰਘ ਹੋਇਆ ਸ਼ਹੀਦ। ਤੁਹਾਡਾ ਛੋਟਾ ਭਰਾ? ਛੋਟਾ ਭਰਾ। ਤਿੰਨ ਹੋ ਗਏ। ਇਹ ਦੋ ਮੇਰੇ ਚਾਚੇ ਦੇ ਸ਼ਹੀਦ ਹੋਏ। ਚਾਚਾ ਸ਼ਿੰਗਾਰਾ ਸਿੰਘ ਆ ਜੀ, ਉਹ ਵੀ ਬਾਪੂ ਨੇ ਚਾਚੇ ਦਾ ਪੁੱਤ ਆ ਜੀ। ਬਾਜ ਸੋਂ ਦੇ ਕਾਰਜ ਸੋਂ ਜੀ, ਦੋ ਮੁੰਡੇ ਉਹ ਸ਼ਹੀਦ ਹੋਏ। ਇਹ 1984 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ? ਦਰਬਾਰ ਸਾਹਿਬ ਜੀ ਜੀ। ਅੱਛਾ, ਤੇ ਦੋ ਹੋਏ ਆ। ਮੇਰਾ ਮਾਸੜ ਵੀ ਲੱਗਦਾ ਉਹ, ਤੇ ਚਾਚਾ ਵੀ ਲੱਗਦਾ। ਉਹ ਵੀ ਇੱਥੇ ਹੀ ਵਿਆਹਿਆ, ਭਿੱਖੀ ਵੰਡੀ। ਮੇਰਾ ਬਾਪ ਵੀ ਭਿੱਖੀ ਵੰਡੀ ਵਿਆਹ ਸੀ, ਉਹ ਵੀ ਭਿੱਖੀ ਵੰਡੀ ਵਿਆਹ। ਸਾਗ ਵੀ ਮੇਰੇ ਬਾਪ ਨੇ ਕਰਾਇਆ ਉਹਨੂੰ। ਉਹਦਾ ਮੁੰਡਾ ਗੁਰਨਾਮ ਸਿੰਘ ਤੇ ਬਲਜਿੰਦਰ ਸਿੰਘ, ਦੋ ਮੁੰਡੇ ਉਹਦੇ ਸ਼ਹੀਦ ਹੋਏ। 8 ਜੀ ਸਾਡੇ ਪਰਿਵਾਰ ਦੇ ਸ਼ਹੀਦ ਹੋਏ। ਤੇ ਜਿਹੜੇ ਤੁਹਾਡੇ ਇੱਕ ਭਾਈ ਉੱਥੇ ਤੁਸੀਂ ਕਿਹਾ ਕਿ ਗ੍ਰੰਥੀ ਸੀਗੇ, ਉਹ ਨਿਕਲ ਆਏ ਸੀ ਬਾਹਰ? ਉਹ ਪਿਪਲੀ ਸਾਹਿਬ ਸੀ। ਅੱਛਾ ਜੀ। ਉਹ ਦਰਬਾਰ ਸਾਹਿਬ ਤੋਂ ਪਾਸੇ ਰਹਿ ਗਏ ਨਾ, ਇਸ ਕਰਕੇ ਉਹ ਫਿਰ ਪਾਸੇ ਹੀ ਰਹੇ, ਉਹ ਨਹੀਂ ਗਏ। ਉਹ ਪਿਪਲੀ ਸਾਹਿਬ ਘੇਰਾ ਘੂਰਾ ਤੇ ਨਾ ਪਾਇਆ, ਪਰ ਉਹ ਉੱਥੇ ਗ੍ਰੰਥੀ ਸੀ, ਉਹਨੂੰ ਨਹੀਂ ਕਹੇ ਕੋ। ਤੁਹਾਡੇ ਪਰਿਵਾਰ ਦੀਆਂ ਇੰਨੀਆਂ ਸਾਰੀਆਂ ਸ਼ਹੀਦੀਆਂ ਸੀ, ਤੁਸੀਂ 2 ਦਿਨ ਪਹਿਲਾਂ ਬਾਹਰ ਨਿਕਲੇ, ਕੀ 1984 ਦਾ ਜਿਹੜਾ ਉਹ ਸਾਕਾ ਹੁੰਦਾ, ਉਹ ਜਿਹੜੀ 4-5 ਦਿਨ ਉਹ ਇੱਕ ਸਰਕਾਰ ਵੱਲੋਂ ਇੱਕ ਨੀਤੀ ਚਲਾਈ ਜਾਂਦੀ ਆ, ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਜਾਂਦਾ, ਔਰ ਸੰਤ ਜਰਨੈਲ ਸਿੰਘ ਜੀ ਦੇ ਨਾਲ ਹੋਰ ਬਹੁਤ ਸਾਰੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ, ਗੱਲ ਉੱਥੇ ਹੀ ਖਤਮ ਹੋ ਗਈ ਸੀ, ਜਾਂ ਤੁਹਾਡੇ ਪਰਿਵਾਰ ਨੂੰ ਬਾਅਦ ਚ ਵੀ ਕੁਝ ਭੁਗਤਣਾ ਪਿਆ? ਬੜਾ ਕੁਝ ਭੁਗਤਣਾ ਪਿਆ ਸਾਨੂੰ। ਕੀ ਕੀ? ਮੈਂ ਨਾ 18 ਦਿਨ ਤਬਦੀਸ਼ ਮੈਂ ਕੱਟੀ ਪੁਲਿਸ ਦੀ, ਉਹਦੇ ਬਹੁਤ ਹੀ। ਕੀ ਪੁੱਛਦੇ ਹੁੰਦੇ ਸੀ ਤੁਹਾਨੂੰ? ਇਹੋ ਹੀ ਕਿੱਥੇ ਗੁਰਮੁਖ ਸਿੰਘ, ਅਸੀਂ ਆਏ ਉਹਦਾ ਸ਼ਹੀਦ ਹੋ ਗਿਆ। ਫੇਰ ਸਾਡੇ ਬਾਪੂ ਉਹਨਾਂ ਨੂੰ ਫੜ ਛੱਡਿਆ ਟੈਗ ਤੋਂ ਮਗਰੋਂ। ਤੇ ਦੱਸੋ ਨਾ ਵੀ ਆ ਵੀ ਉਹ ਉੱਥੇ ਨਾਲ ਰਹਿੰਦਾ, ਸੰਤਾਂ ਸ਼ਹੀਦ ਹੋ ਗਿਆ, ਅਸੀਂ ਉਹਦਾ ਕੀ ਕਰ ਸਕਦੇ ਹਾਂ? ਅਸੀਂ ਜਦੋਂ ਵੇਖਿਆ ਨਹੀਂ, ਉਹਦੀ ਲਾਸ਼ ਨਹੀਂ ਵੇਖੀ, ਸਾਨੂੰ ਮਗਰੋਂ ਬਹੁਤ ਤੰਗ ਕਰਦੇ ਰਹੇ ਨੇ। ਤਸੀਹੇ ਦਿੱਤੇ ਤੁਹਾਨੂੰ? ਹਾਂ। ਕੀ ਕੀ ਕੀਤਾ ਗਿਆ ਤੁਹਾਡੇ ਨਾਲ? ਮੈਨੂੰ ਕੀ ਰੰਗ ਦੇ ਵੀ ਰਹੇ ਨੇ, ਉਹ ਇੱਥੇ ਲੂਣ ਘੋਟਣੇ ਲਾ ਕੇ, ਤੇ ਹੋਰ ਰੰਗ ਦੇ ਤਾਂ ਬਾਹਾਂ ਨੂੰ ਇਸ ਤਰ੍ਹਾਂ ਬੰਨ੍ਹ ਕੇ ਪਿੱਛੇ ਤਾਂ ਉੱਤੇ ਰੰਗ ਦੇ ਰਹੇ, ਕਈ ਕੁਛ ਕਰਦੇ ਰਹੇ। ਤੇ ਮੈਂ ਹੀ ਕਰਨਾ ਕਿ ਮੈਂ ਤਾਂ ਇਕੱਲਾ ਇੱਥੇ ਵਾਹੀ ਕਰਦਾ ਹਾਂ ਜੀ। ਚਲੋ ਸੰਤਾਂ ਨਾਲ ਤਾਂ ਚਲੇ ਜਾਂਦੇ ਹਾਂ, ਪਰ ਮੈਂ ਇਹ ਹੈਗਾ ਘਰ 'ਚ ਇਕੱਲਾ ਹੀ ਸਹੀ ਇੱਥੇ ਜੀ। ਮੈਂ ਤਾਂ ਇੱਕ ਵਾਹੀ ਕਰਦਾ ਸਿਰਫ। ਉਹ ਠੀਕ, ਉਹ ਸੰਤਾਂ ਨਾਲ ਸੀ ਪਹਿਲੇ ਦਿਨੋਂ, ਹਰ ਇੱਕ ਤਰ੍ਹਾਂ ਦਾ ਵੀ ਉਹ ਨਾਲ ਸੀ। ਜਦੋਂ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਮਨ 'ਚ ਕੀ ਚੱਲਦਾ ਹੁੰਦਾ ਸੀ ਉਦੋਂ? ਮਨ 'ਚ ਇਹੋ ਗੁੱਸਾ ਹੀ ਚੱਲਦਾ ਸੀ ਵੀ ਇਹ ਸਰਕਾਰ ਧੱਕੇਸ਼ਾਹੀ ਕਰਦੀ ਆ, ਕਿਉਂ ਕਰਦੀ ਆ? ਚਲੋ ਸ਼ਹੀਦ ਹੋ ਗਏ ਨੇ, ਇਹੋ ਹੀ ਆਉਂਦਾ, ਗੁੱਸਾ ਹੀ ਆਉਂਦਾ ਸੀ। ਹੋਰ ਸਰਕਾਰ ਵੇਖ ਨਾ, ਜਦੋਂ ਜਿਹੜੀ ਪੁਲਿਸ ਆ ਜਾਂ ਜੱਜ ਦੇ ਕੋਲ ਕੇਸ ਜਾਂਦਾ, ਜੇ ਉਹ ਬੰਨ੍ਹ ਦਿੰਦਾ, ਤਾਂ ਉਹਨੂੰ ਕੀ ਕਰ ਸਕਦਾ? ਉਹਨੂੰ ਕੋਈ ਇਹ ਤਾਂ ਜੱਜ ਨੂੰ ਤਾਂ ਨਹੀਂ ਆਉਂਦਾ ਵੀ ਤੂੰ ਕਿਉਂ ਮੈਨੂੰ ਇਹ ਰੋਂਦਾ ਕੁਰਲਾ ਹੀ ਹੋਊਗਾ ਵੀ ਮੈਨੂੰ ਤੂੰ ਕਿਉਂ ਬੰਨ੍ਹ ਦਿੱਤਾ, ਮੈਂ ਸੱਚਾ ਹਾਂ। ਆਖਰੀ ਮੈਂ ਫਿਰ ਤੋਂ ਇੱਕ ਸਵਾਲ ਕਰਦੀ ਹਾਂ ਕਿ ਜਦੋਂ ਹੁਣ ਇੰਨਾ ਸਾਰਾ ਕੁਝ ਕਹਿ ਸਕਦੇ ਗਵਾਇਆ ਹੈਗਾ, ਔਰ ਪਰਿਵਾਰ ਨੇ ਨੂੰ ਮਾਣ ਵੀ ਮਹਿਸੂਸ ਹੁੰਦਾ ਕਿ ਅਸੀਂ ਆਪਣੀ ਕੌਮ ਦੇ ਲਈ, ਆਪਣੇ ਲੋਕਾਂ ਦੇ ਲਈ ਜਿਹੜੀਆਂ ਸ਼ਹੀਦੀਆਂ ਦਿੱਤੀਆਂ, ਔਰ ਤੁਹਾਨੂੰ ਵੀ ਇਸ ਚੀਜ਼ ਤੇ ਗਰਵ ਹੁੰਦਾ ਕਿ ਮੇਰੇ ਪਰਿਵਾਰ ਦੇ ਨੇ ਜੀ ਗਏ ਆ। ਜਿਸ ਤਰੀਕੇ ਨਾਲ, ਜਿਵੇਂ ਅਸੀਂ ਪਹਿਲਾਂ ਗੱਲ ਕਰਦੇ ਹਾਂ ਵੀ ਸ਼ਹੀਦ ਭਗਤ ਸਿੰਘ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਸੀ, ਉਹ ਚਾਹੁੰਦਾ ਸੀ ਇੱਕ ਸੁਪਨਿਆਂ ਦਾ ਦੇਸ਼ ਸਿਰਜਣਾ,
ਪਰ ਹੁਣ ਜਦੋਂ ਉਹਨਾਂ ਦੇ ਪਰਿਵਾਰ ਦੇ ਨਾਲ ਕਦੇ ਗੱਲ ਕਰੀ ਦੀ ਤੇ ਉਹ ਕਹਿੰਦੇ ਵੀ ਸ਼ਹੀਦ ਤਾਂ ਉਹ ਹੋਏ ਆ, ਪਰ ਜਿਵੇਂ ਦਾ ਉਹ ਦੇਸ਼ ਸਿਰਜਣਾ ਚਾਹੁੰਦੇ ਸੀ, ਬਣਾਉਣਾ ਚਾਹੁੰਦੇ ਸੀ, ਉਹ ਬਣਿਆ ਨਹੀਂ ਆ। ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸਿੱਖ ਕੌਮ ਦੇ ਲਈ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ, ਉਹਦਾ ਕੁਝ ਅਸਰ, ਕੁਝ ਲੋਕਾਂ ਨੇ ਉਹਦਾ ਮੁੱਲ ਪਾਇਆ, ਕੁਝ ਉਦਾਂ ਦਾ ਪੰਜਾਬ ਬਣਾਉਣ 'ਚ ਕਾਮਯਾਬ ਹੋਏ ਜਿਵੇਂ ਦਾ ਉਹ ਚਾਹੁੰਦੇ ਸੀ, ਜਿਹਦੇ ਲਈ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਸੀ? ਗੱਲ ਹੈ ਜੀ, ਵੇਖੋ ਇੱਕ ਅੰਦਰ ਦਾ ਪ੍ਰੇਮ ਜਿਹੜਾ ਉਹ ਤਾਂ ਸੰਤਾਂ ਦਾ ਸਾਡੇ ਨਾਲ ਆ, ਸਾਡਾ ਵੀ ਉਹਨਾਂ ਨਾਲ ਆ, ਪਰ ਜਿਹੜਾ ਕੌਮ ਨੇ ਜਾਂ ਮਗਰੋਂ ਲੀਡਰਾਂ ਨੇ ਬਣਾਉਣਾ ਉਹ ਤਾਂ ਸਾਨੂੰ ਦੱਸਣ ਨਹੀਂ ਡਿਆ ਵੀ ਉਹ ਕੋਈ ਵੀ ਨਹੀਂ ਬਣਾਉਣ ਡਿਆ, ਉਹ ਤਾਂ ਕੋਈ ਲੀਡਰ ਹੈ ਹੀ ਨਹੀਂ। ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਦਾ ਤੁਸੀਂ ਨਾਮ ਲਿਆ, ਕੁਝ ਲੀਡਰ ਉਸ ਵੇਲੇ ਦੇ ਆ, ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਕਿਵੇਂ ਦਾ ਪੰਜਾਬ ਬਣਾਉਣਾ ਸੀ, ਉਹਨਾਂ ਨੇ ਵੀ ਨਹੀਂ ਬਣਾਇਆ। ਉਹ ਤਾਂ ਵੇਖੋ ਜੀ, ਉਹ ਤਾਂ ਮਗਰੋਂ ਰਾਜ ਵੀ ਕਰ ਗਏ ਨੇ, ਕਿੰਨੇ 15 ਸਾਲ 10 ਸਾਲ ਇਹ ਕਾਲੀ ਰਾਜ 15 ਸਾਲ ਕਰ ਗਏ, ਗੁਰਦੁਆਰੇ ਤੋਂ ਮਗਰੋਂ ਦਰਬਾਰ ਸਾਹਿਬ ਤੋਂ ਸੰਤਾਂ ਦਾ ਨਾਂ ਲੈ ਗਏ ਤੇ ਕੀਤਾ ਕੱਖ ਵੀ ਨਹੀਂ। ਵੇਖੋ ਉਹ ਜਿਹੜੇ ਹੁਣ ਉੱਥੇ ਦਰਬਾਰ ਸਾਹਿਬ ਦੇ ਪੱਤਰੇ ਪਾੜੇ ਨੇ, ਜਾਂ ਤੁਸੀਂ ਉਹ ਸੁਣਦੇ ਜੇ ਕਿੰਨਾ, ਅੱਛਾ ਇਹ ਬਾਦਲ ਹੋਣਾ ਦੇ ਹੁੰਦਿਆਂ ਹੀ ਸਭ ਕੁਝ ਹੋਇਆ ਸੀ, ਉਹ ਫੜ ਕੇ ਬੰਦੇ ਅੰਦਰ ਕਿ ਉਹਨਾਂ ਦੇ ਤੇ ਮੂਲੀ ਗੱਲ ਆ ਇੱਕ। ਵੇਖੋ ਬੰਦੇ ਫੜ ਕੇ ਦੇਣੀ ਕੋਈ ਵੱਡੀ ਗੱਲ ਸੀ ਉਹਨਾਂ ਨੂੰ? ਕਿਉਂ ਵੀ ਤੁਸੀਂ ਮਹਾਰਾਜ ਦੇ ਸਰੂਪ ਪਾੜੇ, ਕਿਉਂ ਪਾੜੇ ਆ? ਵੀ ਜੇ ਗੋਲੀ ਚਲਾਈ ਹੈ ਤੇ ਪੁਲਿਸ ਨੇ ਚਲਾਈ, ਉਹਨਾਂ ਨੂੰ ਇਹ ਨਹੀਂ ਪਤਾ ਵੀ ਚਲਾਈ ਹੈ। ਹੁਣ ਤੁਸੀਂ ਟੈਲੀਵਿਜ਼ਨ 'ਚ ਵੇਖੋ, ਕਾਂਗਰਸੀ ਵੱਖਰੀ ਰੋਣੇ ਰੋਈ ਜਾਂਦੇ ਆ, ਉਹ ਵੱਖਰੇ ਰੋਈ ਜਾਂਦੇ ਆ, ਗੱਲ ਉੱਥੇ ਦੀ ਉੱਥੇ ਹੀ ਹੈ। ਕੌਮ ਦਾ ਤਾਂ ਉੱਥੇ ਹੀ ਆ ਕੰਮ, ਤੇ ਕੌਮ ਨੂੰ ਤੇ ਮਗਰੋਂ ਲੀਡਰਾਂ ਨੇ ਦੋਣਾ ਹੁੰਦਾ। ਜਾਂ ਵੇਖੋ ਹੁਣ ਤੁਸੀਂ ਗੱਲ ਜਿਹੜੀ ਆ ਕੌਮ ਦੇ ਵਿੱਚ ਘੱਲਣ ਡਏ ਜੇ, ਸਹੀ ਗੱਲ, ਤੇ ਜੇ ਸਹੀ ਗੱਲ ਨੂੰ ਲੋਕ ਸੁਣਨਗੇ ਜਾਂ ਕੋਈ ਅਸਰ ਹੋਊਗਾ, ਤੇ ਜਦੋਂ ਸਹੀ ਹੋਊ ਨਾ ਤੇ ਅਸਰ ਕੀ ਹੋਊਗਾ ਜੀ। ਇਹ ਸਾਡੇ ਤਾਂ ਉਹ ਬਹੁਤ ਸਿੰਘ 10-10 11 ਪਾਠ ਸੁਖਮਨੀ ਸਾਹਿਬ ਦੇ ਹੀ ਕਰਦੇ ਸੀ ਜੀ, ਰੋਜ਼ ਰੋਜ਼ਾਨਾ। ਇੰਨਾ ਉਹ ਮਹਾਰਾਜ ਦੇ ਨਾਲ ਉਹਨਾਂ ਦਾ ਪ੍ਰੇਮ ਸੀ। ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ, ਔਰ ਕੋਸ਼ਿਸ਼ ਸਾਡੀ ਅੱਜ ਦੀ ਇਹੀ ਹੈ ਤੁਹਾਡੇ ਕੋਲ ਆਉਣ ਦੀ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਬੜੀ ਭਰਮ ਭੁਲੇਖੇ ਆ ਲੋਕਾਂ ਦੇ ਵਿੱਚ, ਹਕੀਕਤ ਕੁਝ ਹੋਰ ਆ, ਸਮਝਿਆ ਕੁਝ ਹੋਰ ਜਾ ਰਿਹਾ ਤੇ ਪ੍ਰਚਾਰਿਆ ਕੁਝ ਹੋਰ ਜਾ ਰਿਹਾ। ਤੁਹਾਡੇ ਨਾਲ ਗੱਲਬਾਤ ਕਰਕੇ ਇਹੀ ਸਾਡਾ ਮਕਸਦ ਸੀ ਕਿ ਅਸੀਂ ਲੋਕਾਂ ਨੂੰ ਦੱਸ ਕੇ ਗੱਲਬਾਤ ਕਰਨ ਦੇ ਲਈ ਬਹੁਤ-ਬਹੁਤ ਤੁਹਾਡਾ ਸ਼ੁਕਰੀਆ। ਸੋ ਬਹੁਤ ਇਹੋ ਜਿਹੀਆਂ ਚੀਜ਼ਾਂ ਹੋਈਆਂ ਜਿਹੜੀਆਂ ਹੋਣੀਆਂ ਨਹੀਂ ਸੀ ਚਾਹੀਦੀਆਂ, ਜਿਹੜੀਆਂ ਕਬੂਲ ਕਰਨ ਲਾਇਕ ਨਹੀਂ ਸੀ, ਪਰ ਸਮੇਂ ਦੀਆਂ ਸਰਕਾਰਾਂ ਨੇ ਜੋ ਕੁਝ ਬਹੁਤ ਪਹਿਲਾਂ ਸਿਰਜਿਆ ਸੀ, ਉਹੀ ਹਾਲਾਤ, ਉਹੀ ਸਭ ਕੁਝ ਹੁਣ ਸਿਰਜਿਆ ਹੋਇਆ, ਪਰ ਸੁਣਵਾਈ ਕਿਤੇ ਨਹੀਂ ਆ। ਔਰ ਖਾਸ ਤੌਰ ਤੇ ਲੋਕਤੰਤਰ ਦੇਸ਼ ਦੇ ਵਿੱਚ ਜਦੋਂ ਤਾਨਾਸ਼ਾਹੀ ਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ, ਤੇ ਇਹ ਇਤਿਹਾਸ ਕਿਹਾ ਜਾ ਸਕਦਾ ਕਿ ਆਪਣੇ ਆਪ ਵਿੱਚ ਦੁਹਰਾਇਆ ਜਾ ਰਿਹਾ ਕਿ ਤਾਨਾਸ਼ਾਹੀ ਤਰੀਕੇ ਪਹਿਲਾਂ ਵੀ ਚੱਲ ਰਹੇ ਸੀ ਤੇ ਹੁਣ ਵੀ ਚੱਲ ਰਹੇ ਆ। ਸੋ ਇਹਨਾਂ ਪਰਿਵਾਰਾਂ ਨੂੰ ਕਿਸੇ ਤਰੀਕੇ ਦਾ ਨਿਆਂ ਮਿਲੇ, ਕੋਈ ਆਸ ਜਿਹੜੀ ਆ ਉਹਦੀ ਕਿਰਨ ਦਿਖੇ, ਇਸੇ ਆਸ ਦੇ ਵਿੱਚ ਸਾਡੀ ਅੱਜ ਦੀ ਇਹ ਕੋਸ਼ਿਸ਼ ਸੀ। ਤੁਸੀਂ ਦੇਖਦੇ ਰਹੋ ਇਹ ਪ੍ਰੋਗਰਾਮ। ਇਸ ਤਰੀਕੇ ਦੀਆਂ ਹੋਰ ਕਹਾਣੀਆਂ ਦੇ ਨਾਲ ਲਗਾਤਾਰ ਕੁਝ ਦਿਨ ਤੱਕ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਮੈਂ ਰਮਨ ਤੂਰ, ਕੈਮਰਾਮੈਨ ਜਗਰੂਪ ਸਿੰਘ ਦੇ ਨਾਲ, ਤਰਨਤਾਰਨ ਦੇ ਪਿੰਡ ਭਿੱਖੀਵਿੰਡ ਤੋਂ।